वालियां तां इक्को ही लड़गठ बन रखी है भी हर बार नवा कैंडीडेट लिया के खड़ाउणा। ਕੀ ਲੱਗਦਾ ਮੁਕਾਬਲੇ 'ਚ ਕਿਸ ਨੂੰ ਮੰਨਦੇ ਹੋ ਕਿ ਦੋ ਪਾਰਟੀਆਂ ਇਕੱਠੀਆਂ ਹੋ ਕੇ ਲੜ ਰਹੀਆਂ ਨੇ ਜਾਂ ਫਿਰ ਇਕੱਲੀ ਆਮ ਆਦਮੀ ਪਾਰਟੀ ਨੂੰ ਮੁਕਾਬਲੇ 'ਚ ਮੰਨਦੇ ਹੋ ਕਿਸੇ ਨੂੰ? ਤੁਸੀਂ ਮੰਨਦੇ ਹੋ ਕਿ ਉਹਨਾਂ ਦਾ ਰਾਜੇ ਵਾਲਾ ਵਤੀਰਾ ਸੀ, ਮਹਾਰਾਜੇ ਵਾਲਾ ਵਤੀਰਾ ਸੀਗਾ, ਆਮ ਲੋਕਾਂ 'ਚ ਵਿਚਰਦੇ ਘੱਟ ਸੀ? ਵਤੀਰਾ ਕੀ, ਜੋ ਤਾਂ ਸੀਗੇ ਹੀ ਮਹਾਰਾਜੇ, ਤਾਂ ਉਹ ਮਹਾਰਾਜਾ ਆਪਣਾ ਉਹਨਾਂ ਦੇ ਵਿੱਚੋਂ ਕਦੇ ਗਿਆ ਹੀ ਨਹੀਂ। ਸੀਐਮ ਚੰਨੀ ਦੇ ਚਿਹਰਾ ਐਲਾਨਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਇੱਕ ਗੱਲ ਕਹੀ ਹੈ ਕਿ ਮੈਨੂੰ ਸ਼ਾਇਦ ਕਿਸੇ ਚੀਜ਼ ਦੀ ਭੁੱਖ ਨਹੀਂ, ਮੈਂ ਤਾਂ ਹੱਸ ਕੇ ਵੀ ਪੈਸੇ ਕਮਾ ਲੈਣਾ। ਕਹਿੰਦੇ ਵੀ ਬਾਈ ਯਾਰ ਕਈ ਵਾਰੀ ਬੜਕ ਵੀ ਮਾਰਿਆ ਕਰ। ਮੈਂ ਕਿਹਾ ਯਾਰ ਬੜਕ ਮਾਰਨ 'ਚ ਮੇਰਾ ਵਿਸ਼ਵਾਸ ਨਹੀਂ, ਜਾਂ ਤਾਂ ਫਿਰ ਕਰਕੇ ਦਿਖਾਊਂਗਾ। ਆਪਦੇ ਨਾਨਾ ਜੀ ਦੀ ਲਾਈਫ ਤੋਂ ਸ਼ੁਰੂ ਕਰਕੇ ਬਣਾਉਣੀ ਹੈ ਬਾਇਓਪਿਕ। ਜੋ ਤੁਹਾਡੇ ਮਨ 'ਚ ਸਵਾਲ ਹੈ ਨਾ ਵੀ ਰਾਜਨੀਤੀ ਕਿਹੋ ਜਿਹੀ ਹੁੰਦੀ ਹੈ, ਮੈਂ ਉਹ ਦਿਖਾਉਣਾ ਚਾਹੁੰਦਾ ਵੀ ਸਾਡੀ ਰਾਜਨੀਤੀ ਕਿਹੋ ਜਿਹੀ ਰਹੀ ਹੈ। ਅੱਜ ਸਾਡੇ ਬੱਚਿਆਂ ਨੂੰ ਦੇਸ਼ ਭਗਤ ਸਿਰਫ ਐਂ ਲੱਗਦਾ ਵੀ ਉਹ ਨਾਮ ਹੈ ਜਿਹਨੂੰ ਅਸੀਂ 26 ਜਨਵਰੀ ਤੇ 15 ਅਗਸਤ ਨੂੰ ਜਿਵੇਂ ਗੱਡੀ ਤੋਂ ਆਪਾਂ ਕੱਪੜਾ ਮਾਰ ਕੇ ਕੱਢ ਲੈਣੇ ਵੀ ਉਵੇਂ ਕੱਢ ਲੈਂਦੇ ਹਾਂ। ਸਤਿ ਸ਼੍ਰੀ ਅਕਾਲ, ਮੈਂ ਜਸਪ੍ਰੀਤ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ। ਸ਼ਖਸੀਅਤ ਨੂੰ ਲੈ ਕੇ ਆਏ ਹਾਂ। ਸ਼ਖਸੀਅਤ ਦਾ ਨਾਮ ਹੈ ਰਾਹੁਲ ਇੰਦਰ ਸਿੰਘ ਭੱਠਲ। ਭੱਠਲ ਦੇ ਨਾਮ ਤੋਂ ਤੁਸੀਂ ਜਾਣ ਹੀ ਗਏ ਹੋਗੇ ਕਿਉਂਕਿ ਬੀਬੀ ਰਜਿੰਦਰ ਕੌਰ ਭੱਠਲ ਜੀ ਜਿਹੜੇ ਪੰਜਾਬ ਦੇ ਸਾਬਕਾ ਸੀਐਮ ਨੇ, ਉਹਨਾਂ ਦੇ ਬੇਟੇ ਨੇ। ਸੋ ਇਸ ਸਮੇਂ ਬੀਬੀ ਜੀ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਸੋ ਉਹਨਾਂ ਦਾ ਚੋਣ ਪ੍ਰਚਾਰ ਕਰ ਰਹੇ ਨੇ। ਕਿੱਦਾਂ ਦਾ ਚੋਣ ਪ੍ਰਚਾਰ ਚੱਲ ਰਿਹਾ ਅਤੇ ਕੀ ਕਾਂਗਰਸ ਦੀ ਸਥਿਤੀ ਹੈ ਅਤੇ ਕੀ ਬਾਕੀ ਪਾਰਟੀਆਂ ਦੇ ਨਾਲ ਉਹਨਾਂ ਦਾ ਮੁਕਾਬਲਾ ਹੈ। ਸਾਡੇ ਨਾਲ ਬਾਈ ਬੈਠੇ ਨੇ, ਇਸ ਸਮੇਂ ਗੱਲਬਾਤ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਸਪ੍ਰੀਤ ਜੀ, ਤੁਹਾਡਾ ਸਵਾਗਤ ਹੈ, ਤੁਹਾਡੇ ਵਿਊਅਰਸ ਦਾ ਸਵਾਗਤ ਹੈ ਸਾਡੇ ਲਹਿਰੇ ਹਲਕੇ 'ਚ। ਕਿਵੇਂ ਦਾ ਚੱਲ ਰਿਹਾ ਚੋਣ ਪ੍ਰਚਾਰ? ਤੁਸੀਂ ਵੀ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਹੋ, ਕਿੱਦਾਂ ਦਾ ਲੱਗ ਰਿਹਾ? ਚੋਣ ਪ੍ਰਚਾਰ ਵੀ ਜੀ ਬਹੁਤ ਵਧੀਆ ਲੱਗ ਰਿਹਾ। ਮੈਨੂੰ ਲੱਗਦਾ 2-4 ਪਿੰਡ ਤਾਂ ਤੁਸੀਂ ਵੀ ਦੇਖੇ ਹੈ, ਕਿਉਂਕਿ ਸਾਡਾ ਇਸ ਇਲਾਕੇ ਨਾਲ ਜੀ ਬਹੁਤ ਪੁਰਾਣਾ ਰਿਸ਼ਤਾ ਹੈ। 40-45 ਸਾਲ ਤੋਂ ਬੀਬੀ ਜੀ ਇਸ ਇਲਾਕੇ ਦੀ ਸੇਵਾ ਕਰਦੇ ਆ ਰਹੇ ਆ, ਤਾਂ ਤਕਰੀਬਨ ਸਾਰਾ ਹਲਕਾ ਸਾਡੇ ਲਈ ਤਾਂ ਘਰ ਹੀ ਬਣਿਆ ਵਾ। ਮਤਲਬ ਜਿਹੜੇ ਵੀ ਅਸੀਂ ਘਰ 'ਚ ਜਾਂਦੇ ਹਾਂ, ਸਾਨੂੰ ਇਹ ਨਹੀਂ ਵੀ ਬੂਹਾ ਖੜਕਾਉਣ ਦੀ ਲੋੜ ਨਹੀਂ। ਹਰ ਥਾਂ 'ਤੇ ਜਦੋਂ ਜਾਂਦੇ ਹਾਂ ਤਾਂ ਅੱਗੇ ਉਹ ਇਹ ਮਿਲਦਾ, ਕੋਈ ਕਹਿੰਦਾ ਮੈਂ ਤੈਨੂੰ ਗੋਡੀ ਖੜਾਇਆ, ਕੋਈ ਕਹਿੰਦਾ ਮੈਂ ਤੈਨੂੰ ਫਲਾਨਾ ਕਰਿਆ, ਹੈ ਨਾ। ਮਤਲਬ ਛੋਟੇ ਹੁੰਦੇ ਤੋਂ ਹੀ ਮੈਂ ਵੀ, ਕਿਉਂਕਿ 8 ਸਾਲ ਦੀ ਉਮਰ ਤੋਂ ਜੀ ਲੋਕਾਂ ਨਾਲ ਵਿਚਰ ਰਿਹਾ। ਬੀਬੀ ਭੱਠਲ ਨਾਲ ਪਹਿਲੀ ਵਾਰੀ ਮੈਂ ਅੱਤਵਾਦ ਦੇ ਸਮੇਂ ਦੇ ਵਿੱਚ ਕਾਲੇ ਕੱਪੜੇ ਪਾ ਕੇ ਕਮਾਂਡੋ ਵਾਲੇ, ਅਤੇ ਉਹ ਵਰਦੀਆਂ ਗੋਲੀਆਂ ਦੇ ਵਿੱਚ ਉਹਨਾਂ ਨਾਲ ਜਾਂਦਾ ਹੁੰਦਾ ਸੀ। ਸੋ ਉਸ ਵੇਲੇ ਤੋਂ ਹੀ ਲੋਕਾਂ ਨਾਲ ਮੇਲ ਮਿਲਾਪ ਸੋਚ ਹੈਗੀ ਹੈ। ਸੋ ਬਹੁਤ ਸੋਹਣਾ ਰਿਸਪੌਂਸ ਆ ਰਿਹਾ, ਕਿਉਂਕਿ ਸਾਰੇ ਲੋਕਾਂ ਨੂੰ ਇੱਕ ਇਹ ਵੀ ਸੋਚ ਹੈ ਵੀ ਪਿਛਲੀ ਵਾਰ ਜੋ ਸਾਡੇ ਤੋਂ ਗਲਤੀ ਹੋਈ, ਇੱਕ ਬਾਹਰਲਾ ਬੰਦਾ ਆ ਕੇ ਮੌਕੇ 'ਤੇ ਬੜੀਆਂ ਲਾਰੇ ਲਾ ਕੇ ਲੋਕਾਂ ਨੂੰ ਸਾਨੂੰ ਬਰਗਲਾ ਗਿਆ, ਪਰ 5 ਸਾਲ ਸਾਡੇ ਹਲਕੇ ਨੇ ਕਿੰਨਾ ਸਫ਼ਰ ਕਰਿਆ, ਕਿੰਨੀ ਨੁਕਸਾਨ ਹੋਇਆ ਸਾਡੇ ਇਲਾਕੇ ਦਾ, ਉਹ ਲੋਕਾਂ ਨੇ ਦੇਖਿਆ ਵੀ ਇੱਕ ਐਸਾ ਬੰਦਾ ਜਿਹੜਾ ਕਦੇ ਕਿਸੇ ਨਾਲ ਖੜ ਹੀ ਨਹੀਂ, ਠੀਕ ਹੈ ਨਾ। ਮਤਲਬ ਕੋਈ ਫਾਇਦਾ ਨਹੀਂ, ਕੋਈ ਨੁਕਸਾਨ ਨਹੀਂ, ਕਦੇ ਕੋਈ ਕਿਸੇ ਨਾਲ ਸਟੈਂਡ ਨਹੀਂ ਲਿੱਤਾ, ਕਿਤੇ ਕੋਈ ਧਰਨਾ ਨਹੀਂ ਲਾਇਆ, ਮੁਜ਼ਾਹਰਾ ਨਹੀਂ ਕਰਿਆ। ਸੋ ਇੱਕ ਹੱਥ ਖੜੇ ਕਰਕੇ ਮਤਲਬ MLA ਸਾਡਾ ਇੱਥੋਂ ਦਾ 5 ਸਾਲ ਰਿਹਾ। ਉਹਦੀ ਸਿਰਫ ਇੱਕੋ ਹੀ ਚੀਜ਼ ਰਹੀ ਹੈ ਵੀ ਉਹ ਤਾਂ ਸਵੇਰੇ ਉੱਠ ਕੇ ਮੈਂ ਅਰਦਾਸ ਕਰਦਾ ਵੀ ਕੋਈ 5-4 ਭੋਗ ਆ ਜਾਣ ਤਾਂ ਉਹ ਕੱਢੇ ਆਵੇ, ਕਦੇ ਕਿਸੇ ਦੀ ਸੁੱਖ ਨਹੀਂ ਮੰਗੀ। ਅਦਰਵਾਈਜ਼ ਇੱਕ ਵੀ ਕੰਮ ਨਾ ਤਾਂ ਪਿਛਲੇ 4-5 ਸਾਲਾਂ 'ਚ ਉਹਨੇ ਐਜ਼ ਐਨ MLA ਕਰਾ ਸਕਿਆ। ਹਾਲਾਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੂੜੀ ਯਾਰੀ ਸੀ, ਹੁਣ ਇਕੱਠੇ ਰਲ ਕੇ ਇਲੈਕਸ਼ਨ ਵੀ ਲੜ ਰਹੇ ਹੈ। ਸੋ CM ਨਾਲ ਯਾਰੀ ਹੋਵੇ, ਮੌਜੂਦਾ MLA ਹੋਵੇ, ਕੀ ਚਾਹੇ ਕੀ ਨਹੀਂ ਕਰਵਾ ਸਕਦਾ? ਕੱਖ ਨਹੀਂ ਕਰਵਾਇਆ। ਉਸ ਤੋਂ ਪਹਿਲਾਂ ਵੀ 10 ਸਾਲ ਵਿੱਤ ਮੰਤਰੀ ਰਿਹਾ, ਅਕਾਲੀ ਦਲ ਦੀ ਸਰਕਾਰ ਰਹੀ ਹੈ। ਉਦੋਂ ਵੀ ਸਿਰਫ ਕਾਗਜ਼ਾਂ 'ਤੇ ਤਾਂ ਜ਼ਰੂਰ ਕਰੋੜਾਂ ਰੁਪਈਆ ਉਹਨੇ ਦਿਖਾਤੇ ਵੀ ਹਾਂਜੀ ਕਰੋੜਾਂ ਰੁਪਈਆ ਆਇਆ, ਪਰ ਲੱਗਿਆ ਅੱਜ ਕਿਤੇ ਨਹੀਂ ਨਜ਼ਰ ਆ ਰਿਹਾ। ਇੱਕ ਵੀ ਪ੍ਰੋਜੈਕਟ ਇਹੋ ਜਿਹਾ ਉਹ ਦਿਖਾ ਨਹੀਂ ਸਕਦਾ ਵੀ ਆਹ ਵੱਡਾ ਪ੍ਰੋਜੈਕਟ ਜੀ ਮੈਂ ਇਸ ਹਲਕੇ ਦੇ ਵਿੱਚ ਆਹ ਇੰਡਸਟਰੀ ਲਿਆਂਦੀ ਹੈ, ਆਹ ਮੈਂ ਕੋਈ ਵੱਡਾ ਐਜੂਕੇਸ਼ਨ ਦਾ ਅਦਾਰਾ ਲਿਆਂਦਾ ਹੈ ਜਾਂ ਹੈਲਥ ਦਾ ਲਿਆਂਦਾ ਹੈ ਜਾਂ ਕੁਛ ਕਰਿਆ। ਸੋ ਇਸ ਲਈ ਲੋਕ ਕਹਿੰਦੇ ਵੀ ਯਾਰ ਸਾਡੀ ਮਾਂ ਬਣ ਕੇ ਬੀਬੀ ਭੱਠਲ ਜਿਹੜੀ ਸਾਡੇ ਨਾਲ ਖੜੀ ਹੈ, ਚੰਗੀ ਮਾੜੀ ਜਿਵੇਂ ਮਰਜ਼ੀ ਹੈ, ਸਾਡੀ ਤਾਂ ਹੈ, ਸਾਡੇ ਨਾਲ ਖੜੀ ਹੈ। ਅੱਜ ਤੱਕ ਕਦੇ ਹਲਕਾ ਨਹੀਂ ਬਦਲਿਆ, ਕਦੇ ਪਾਰਟੀ ਨਹੀਂ ਬਦਲੀ, ਇੱਕੋ ਸਟੈਂਡ 'ਤੇ ਸਾਰੀ ਜ਼ਿੰਦਗੀ। ਦੇਖੋ ਜਵਾਨੀ ਦੇ ਵਿੱਚ ਇਸ ਹਲਕੇ ਵਿੱਚ ਆਏ ਸੀ, ਅੱਜ ਬੁਢਾਪਾ ਹੋ ਗਿਆ, ਇਸੇ ਹਲਕੇ ਦੀ ਸੇਵਾ ਸਾਰੀ ਜ਼ਿੰਦਗੀ ਲਾਤੀ। ਤਾਂ ਉਹਨਾਂ ਨੂੰ ਇਹ ਹੈ ਵੀ ਉਹ ਸਾਡੀ ਮਾਂ ਦੀ ਜਿਹੜੀ ਇਹ ਆਖਰੀ ਚੋਣ ਹੈ, ਉਹਦੇ ਵਿੱਚ ਅਸੀਂ ਸਾਰਿਆਂ ਨੇ ਸਾਰੀਆਂ ਗੱਲਾਂ ਨੂੰ ਪਰਾਂ ਛੱਡ ਕੇ, ਪਿੱਛੇ ਛੱਡ ਕੇ ਇੱਕ ਮਿਸਾਲ ਕਾਇਮ ਕਰਕੇ ਦਿਖਾਉਣੀ ਹੈ ਵੀ ਆਹ ਲੈ ਬੀਬੀ ਤੇਰਾ ਪਰਿਵਾਰ ਤੇਰੇ ਨਾਲ ਖੜਾ। ਨੇਤਾ ਜੀ, ਤੁਸੀਂ ਨੇਤਿਆਂ ਵਾਂਗੂ, ਜਲੇਬੀ ਵਾਂਗੂ ਜਿਵੇਂ ਕਹਿ ਦਈਏ ਤਾਂ ਗੋਲ ਗੱਲ ਘੁਮਾ ਰਹੇ ਹੋ। ਨਾਮ ਕਿਉਂ ਨਹੀਂ ਲੈ ਰਹੇ ਡਾਇਰੈਕਟ? ਕਿਉਂਕਿ ਜੇ ਇਸ ਸਮੇਂ ਤੁਸੀਂ ਵਿੱਤ ਮੰਤਰੀ ਵੀ ਕਹਿ ਰਹੇ ਹੋ, MLA ਵੀ ਕਹਿ ਰਹੇ ਹੋ ਕਿ ਕੰਮ ਵੀ ਨਹੀਂ ਕੀਤੇ, ਫਿਰ ਨਾਮ ਲੈਣ ਤੋਂ ਕਿਉਂ ਕੀਤੇ? ਇਹ ਤਾਂ ਨਹੀਂ ਕਿ ਤੁਹਾਡੇ ਮੁਕਾਬਲੇ 'ਚ ਨੇ, ਕਿਤੇ ਤੁਹਾਨੂੰ ਡਰ ਹੋਵੇ ਕਿ ਨਹੀਂ? ਨਹੀਂ, ਡਰ ਵਾਲਾ ਤਾਂ ਜੀ ਸਾਡਾ ਵਰਕਾ ਹੀ ਪਾੜ ਦਿਓ, ਠੀਕ ਹੈ ਨਾ। ਡਰ ਤਾਂ ਸਾਡਾ ਸਵਾਲ ਹੀ ਨਹੀਂ ਪੈ ਰਿਹਾ। ਦੋ ਹੀ ਚੀਜ਼ਾਂ ਨੇ ਜਿਹੜੀਆਂ ਸਾਡੇ 'ਚ ਨਹੀਂ ਹੈਗੀਆਂ। ਪਹਿਲੀ ਗੱਲ ਡਰ, ਦੂਜੀ ਗੱਲ ਨੇਤਿਆਂ ਵਾਲੀ ਗੱਲ, ਠੀਕ ਹੈ ਨਾ। ਮੈਨੂੰ ਤਾਂ ਬਲਕਿ ਕਈ ਵਾਰੀ ਮੇਰੇ ਨਾਲ ਦੇ ਕਹਿੰਦੇ ਵੀ ਬਾਈ ਤੂੰ ਜ਼ਿਆਦਾ ਹੀ ਸਿੱਧਾ ਹੋ ਜਾਂਦਾ ਯਾਰ, ਠੀਕ ਹੈ ਨਾ। ਮੈਂ ਜਿਹੜੀ ਗੱਲ ਹੈ, ਦੇਖੋ ਬਈ ਜਿਹੋ ਜਿਹਾ ਅੰਦਰ ਆ ਉਹੋ ਜਿਹਾ ਬਾਹਰ ਆ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸਾਰਿਆਂ ਨੂੰ ਪਤਾ, ਉਸ 'ਚ ਕੋਈ ਸ਼ੱਕ ਨਹੀਂ। ਮੈਂ ਤਾਂ ਸਟੇਜਾਂ 'ਤੇ ਖੜ੍ਹ ਕੇ ਬੋਲਦਾ ਵੀ ਨਾ ਢੀਂਡਸੇ ਨੇ ਕੁਛ ਕਰਿਆ, ਨਾ ਇੱਥੋਂ ਸਾਡੇ MP ਜਿੱਤ ਕੇ ਗਏ ਸੀ ਮਾਨ ਸਾਹਿਬ, ਉਹਨਾਂ ਕਨੀਓ ਕੋਈ ਗ੍ਰਾਂਟ ਆਈ ਦਿਖਾ ਦਿਓ, ਠੀਕ ਹੈ ਨਾ। ਸੁਖਦੇਵ ਸਿੰਘ ਢੀਂਡਸਾ ਜੀ ਸਾਡੇ ਰਾਜ ਸਭਾ MP ਨੇ,
ਉਹਨਾਂ ਨੂੰ ਵੀ 25 ਕਰੋੜ ਦਾ ਫੰਡ ਮਿਲਦਾ ਸਾਲ ਦਾ, ਉਹਨਾਂ ਕਨੀਓ ਕੋਈ ਆਈ ਚੀਜ਼ ਦਿਖਾ ਦਿਓ, ਠੀਕ ਹੈ ਨਾ। ਈਵਨ ਸਾਡੇ ਜਿਹੜੇ ਅਕਾਲੀ ਦਲ ਵਾਲੇ ਸਾਡੇ ਨਾਲ ਲੌਂਗੋਵਾਲ ਸਾਹਿਬ ਲੜ ਰਹੇ ਨੇ ਇਲੈਕਸ਼ਨ, ਉਹਨਾਂ ਨੇ ਤਾਂ ਖੈਰ ਅਕਾਲੀ ਦਲ ਵਾਲਿਆਂ ਨੇ ਤਾਂ ਇੱਕੋ ਹੀ ਲੜਗੱਠ ਬੰਨ੍ਹ ਰੱਖੀ ਹੈ ਵੀ ਹਰ ਵਾਰ ਨਵਾਂ ਕੈਂਡੀਡੇਟ ਲਿਆ ਕੇ ਖੜਾਉਣਾ, ਪੁਰਾਣਾ ਆ ਕੇ ਦੱਬ ਕੇ ਗੱਪ ਮਾਰਦਾ, ਲੋਕਾਂ 'ਚ ਨਕੋਚਾਂ ਕੱਢਦਾ, ਸਾਡੇ 'ਚ ਲੜਾਈ ਪਵਾਉਣ ਦੀ ਕੋਸ਼ਿਸ਼ ਕਰਦਾ, ਅਤੇ ਜਦੋਂ ਆਪਦੀ ਬਾਰੀ ਦੇ ਆਉਂਦੀ ਆਪਦਾ ਹਿਸਾਬ ਦੇਣ ਦੀ ਵੀ ਤੁਸੀਂ ਕੀ ਕਰਿਆ, ਉਦੋਂ ਉਹਨੂੰ ਪਰਾਂ ਕਰ ਦਿੰਦੇ ਆ, ਨਵਾਂ ਕੱਢ ਲੈਂਦੇ ਆ। ਅਤੇ ਤਕਰੀਬਨ ਹਮੇਸ਼ਾ ਹੀ ਬਾਹਰੋਂ ਬੰਦਾ ਲੈ ਕੇ ਆਉਂਦੇ ਆ, ਇੱਥੋਂ ਵਾਲੇ ਤਾਂ ਇਹਨਾਂ ਨੂੰ ਲੱਗਦੇ ਨਹੀਂ ਵੀ ਇਸ ਲਾਇਕ ਹੀ ਨਹੀਂ ਹੈਗੇ, ਉਰੇ ਵਾਲੇ ਤਾਂ ਪੱਲੇ ਹੀ ਨਹੀਂ ਕੱਖ ਹੈਗਾ, ਵੀ ਇਹ ਤਾਂ ਬਾਹਰਲੇ ਬੰਦੇ ਹੀ ਹੈ, ਲਹਿਰੇ ਵਾਲੇ ਅਕਾਲੀ ਦਲ ਵਾਲਿਆਂ ਦੇ ਤਾਂ ਵਰਥ ਹੀ ਨਹੀਂ ਹੈਗੇ। ਪਹਿਲਾਂ ਵੀ ਢੀਂਡਸਾ ਸਾਹਿਬ ਵੀ ਬਾਹਰੋਂ ਆਏ, ਚੰਦੂ ਮਾਜਰਾ ਸਾਹਿਬ ਵੀ ਬਾਹਰੋਂ ਆਏ, ਠੀਕ ਹੈ ਨਾ, ਆਹ ਹੁਣ ਲੌਂਗੋਵਾਲ ਸਾਹਿਬ ਵੀ ਬਾਹਰੋਂ ਆਏ ਆ। ਸੋ ਇਹ ਤਾਂ ਪ੍ਰਵਾਸੀ ਆਉਂਦੇ ਆ ਸਾਡੇ 'ਤੇ ਹੱਲਾ ਮਾਰਨ ਕਿ ਇਸ ਇਲਾਕੇ ਨਾਲ ਬੀਬੀ ਭੱਠਲ ਦਾ ਜੋ ਪਰਿਵਾਰ ਵਾਲਾ ਰਿਸ਼ਤਾ ਬਣਿਆ ਵਾ ਉਹਨੂੰ ਢਾਹ ਲਾ ਦਈਏ, ਠੀਕ ਹੈ ਨਾ। ਸੋ ਨਾਮਾ ਨੂਮਾ ਦਾ ਡਰ ਡੁਰ ਦੀ ਕੋਈ ਗੱਲ ਨਹੀਂ, ਜੋ ਪੁੱਛਣਾ ਸਿੱਧਾ ਠੋਕ ਕੇ ਜਵਾਬ ਦੇਵਾਂਗੇ। ਸੋ ਗੱਲਬਾਤ ਤੁਸੀਂ ਨੇ ਹੁਣ ਫੇਰ ਕੀਤੀ ਹੈ ਕਿ ਕਿਤੇ ਨਾ ਕਿਤੇ ਵੀ ਦੋਸਤੀ ਸੀ ਅਮਰਿੰਦਰ ਕੈਪਟਨ ਸਾਹਿਬ ਨਾਲ। ਸੋ ਜੇ ਵਿਕਾਸ ਕਾਰਜ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ 4.5 ਸਾਲ ਤਾਂ ਅਮਰਿੰਦਰ ਕੈਪਟਨ ਵੀ ਕਾਂਗਰਸ 'ਚ ਰਹੇ ਨੇ, ਨੈਸ਼ਨਲ ਕਾਂਗਰਸ 'ਚ ਹੀ ਰਹੇ ਨੇ, ਅਤੇ ਉਹਨਾਂ ਨੇ ਵੀ ਲਗਾਤਾਰ ਕੁਛ ਨਹੀਂ ਕੀਤਾ, ਅਤੇ ਉਹਨਾਂ ਨੂੰ ਹਲਕੇ ਕੀ ਹੋਇਆ ਕਿ ਇੱਕ ਵਾਰ ਅਸਤੀਫਾ ਦੇਣਾ ਪੈ ਗਿਆ, ਬਲਕਿ ਹੁਣ ਸਾਰੇ ਕਾਂਗਰਸੀ ਉਹਨਾਂ ਦੇ ਖਿਲਾਫ ਨੇ। ਉਹਨਾਂ ਬਾਰੇ ਕੀ ਕਹੋਗੇ ਫਿਰ? ਦੇਖੋ ਜੀ, ਮੈਂ ਇਹੀ ਕਹੂੰਗਾ ਵੀ ਪਿਛਲੀ ਵਾਰ 2017 ਦੇ ਵਿੱਚ ਸਾਡੀ ਸਰਕਾਰ ਬਣੀ ਕਾਂਗਰਸ ਪਾਰਟੀ ਦੀ, ਕਾਂਗਰਸ ਪਾਰਟੀ ਦੇ MLA ਜਿੱਤੇ, ਪਰ ਮੁੱਖ ਮੰਤਰੀ BJP ਦਾ ਬਣ ਗਿਆ। ਅਗਰ ਦੇਖਿਆ ਜਾਵੇ ਉਹ ਸ਼ੁਰੂ ਤੋਂ ਹੀ ਮਤਲਬ BJP ਦੇ ਇਸ਼ਾਰਿਆਂ 'ਤੇ ਹੀ ਨੱਚਦੇ ਰਹੇ। ਹਾਲਾਂਕਿ ਸਾਨੂੰ ਵੀ ਇਸ ਚੀਜ਼ 'ਤੇ ਸਮਝ ਲੱਗਣ ਨੂੰ ਬੜਾ ਟਾਈਮ ਲੱਗਿਆ, ਕਿਉਂਕਿ ਅਸੀਂ ਵਿਸ਼ਵਾਸ ਕਰਨ ਵਾਲੇ ਲੋਕ ਹਾਂ। ਜਦੋਂ ਗੁਟਕਾ ਸਾਹਿਬ ਦੀ ਮਤਲਬ ਕਿਸੇ ਬੰਦੇ ਨੇ ਸਹੁੰ ਖਾ ਲਈ ਤਾਂ ਆਪਾਂ ਸਿੱਖ ਲੋਕ ਹਾਂ, ਆਪਾਂ ਮੰਨ ਜਾਂਦੇ ਹਾਂ ਵੀ ਯਾਰ ਆਹ ਬੰਦਾ ਰੱਬ ਤੋਂ ਤਾਂ ਡਰਦਾ ਹੋਊਗਾ, ਠੀਕ ਹੈ ਨਾ, ਸਾਡੇ ਬਾਬੇ ਦੀ ਬੇਅਦਬੀ ਨਹੀਂ ਕਰੂਗਾ। ਪਰ ਉਸ ਬੰਦੇ ਨੇ ਬਾਬੇ ਦੀ ਬੇਅਦਬੀ ਵੀ ਕਰਤੀ। ਤਾਂ ਜਿਵੇਂ ਸਾਰੇ ਪੰਜਾਬ ਨੇ ਉਹਨਾਂ 'ਤੇ ਵਿਸ਼ਵਾਸ ਕਰਿਆ, ਉਵੇਂ ਅਸੀਂ ਵੀ ਕਰਿਆ। ਅਸੀਂ ਵੀ ਜਾ ਕੇ ਦੇਖੋ, ਜਦੋਂ ਸਾਡਾ ਲੀਡਰ ਸਾਨੂੰ ਕਹਿ ਰਿਹਾ ਵੀ ਆਈ ਹੈਵ ਦ ਪਲਾਨ, ਆਈ ਹੈਵ ਐਵਰੀਥਿੰਗ, ਅਤੇ ਮੈਂ ਕਰੂੰਗਾ, ਅਸੀਂ ਵੀ ਵਿਸ਼ਵਾਸ ਕਰਿਆ, ਠੀਕ ਹੈ ਨਾ। ਇਸੇ ਗੱਲ ਕਰਕੇ ਪਹਿਲਾਂ ਵੀ ਸਾਡੀ ਲੜਾਈ ਰਹੀ। ਜਦੋਂ ਪਹਿਲਾਂ ਵੀ ਬੀਬੀ ਭੱਠਲ ਸਰਕਾਰ ਸੀਗੇ, ਉਦੋਂ ਕੈਪਟਨ ਸਾਹਿਬ ਨਾਲ ਸਾਡੇ ਜਿਹੜੇ ਮਤਭੇਦ ਰਹੇ ਹੈ ਉਹ ਇਸੇ ਗੱਲ 'ਤੇ ਰਹੇ ਹੈ, ਕਿਉਂਕਿ ਅਸੀਂ ਕਹਿੰਦੇ ਸੀ ਯਾਰ ਵਰਕਰਾਂ ਦੀ ਗੱਲ ਕਰੋ, ਅਸੀਂ ਕਹਿੰਦੇ ਸੀ ਕੰਮਾਂ ਦੀ ਗੱਲ ਕਰੋ, ਠੀਕ ਹੈ ਨਾ। ਉਹ ਕਹਿੰਦੇ ਸੀ ਵੀ ਸਾਡੇ 5 ਜਾਣੇ ਦੀ ਆਲੇ ਦੁਆਲੇ ਦੀ ਕੋਟਰੀ ਹੈ, ਉਹਨਾਂ ਨਾਲ ਸ਼ਾਮ ਨੂੰ ਆਰਾਮ ਨਾਲ ਡਰਿੰਕਸ ਪੀਣੀ ਹੈ, ਲਾਈਫ ਇੰਜੋਏ ਕਰਨੀ ਹੈ, ਲਿਵ ਲਾਈਫ ਕਿੰਗ ਸਾਈਜ਼। ਬੀਬੀ ਕਹਿੰਦੀ ਸੀ ਵੀ ਮੈਂ ਥੱਲੋਂ ਤੱਪੜ ਵਿਛਾ ਕੇ ਉੱਠੀ ਹਾਂ, ਦਰੀਆਂ ਵਿਛਾਉਣ ਤੋਂ ਮੈਂ ਵਰਕਰ ਦੀ ਉਸ ਤੋਂ ਆਈ ਹਾਂ, ਇੱਕ ਗਰੀਬ ਘਰ ਤੋਂ, ਮੈਂ ਸਾਰੇ ਹਾਲਾਤ ਦੇਖੇ ਗਰੀਬਾਂ ਦੇ ਕੀ ਹੁੰਦੇ ਆ। ਤੁਸੀਂ ਉੱਧਰ ਗੱਲਾਂ ਕਰੋ, ਤੁਸੀਂ ਆਹ ਸ਼ੂਫਾਂ ਦੀਆਂ ਗੱਲਾਂ ਕਰਦੇ ਹੋ, ਜਿਹੜੇ ਬੰਦੇ ਦੇ ਘਰੇ ਰੋਟੀ ਨਹੀਂ ਪੱਕਦੀ ਉਹਨੇ ਸ਼ੂਫਾਂ ਤੋਂ ਕੀ ਲੈਣਾ। ਸੋ ਉਦੋਂ ਚਲੋ ਫਿਰ ਵੀ ਬੱਚਤ ਰਹਿ ਗਈ, ਕਿਉਂਕਿ ਬੀਬੀ ਭੱਠਲ ਸਰਕਾਰ ਦੇ ਭਾਗੀਦਾਰ ਸੀ, ਤਾਂ ਉਹ ਜਿੰਨੇ ਵਰਕਰਾਂ ਦੇ ਲੋਕਾਂ ਦੇ ਜਿਹੜੇ ਕੰਮ ਸੀ ਐਟਲੀਸਟ ਉਹ ਬੀਬੀ ਭੱਠਲ ਉਹ ਸਰਕਾਰ ਦਾ ਉਹ ਹਿੱਸਾ ਸਾਂਭੀ ਬੈਠੇ ਰਹੇ, ਲੋਕਾਂ ਦੇ ਫਿਰ ਵੀ ਕੰਮ ਹੁੰਦੇ ਰਹੇ। ਜਿੰਨੀਆਂ ਕੋਈ ਐਸੋਸੀਏਸ਼ਨਾਂ, ਕੋਈ ਆਪਣਾ ਜਿਵੇਂ ਅੱਜ ਕੱਲ੍ਹ ਸਾਡੇ ਧਰਨਿਆਂ 'ਤੇ ਬੈਠੇ ਨੇ ਭਰਾ, ਉਹ ਸਾਰੇ ਕੰਮ ਉਦੋਂ ਬੀਬੀ ਜੀ ਸਾਂਭਦੇ ਸੀ। ਉਹ ਜਿਹੜਾ ਕੰਮ ਕਿਸੇ ਨੇ ਨਾ ਲੈਣਾ ਵੀ ਨਹੀਂ ਜੀ ਆਹ ਤਾਂ ਬੜਾ ਰੌਲੇ ਵਾਲਾ ਕੰਮ ਹੈ, ਬੀਬੀ ਨੇ ਕਹਿਣਾ ਮੈਨੂੰ ਦਿਓ, ਸਭ ਤੋਂ ਮੁਸ਼ਕਿਲ ਕੰਮ ਮੈਨੂੰ ਦਿਓ, ਮੈਂ ਹੱਲ ਕਰਕੇ ਦੇਵਾਂਗੀ। ਭਰਤੀਆਂ ਵੀ ਆਪਾਂ ਉਦੋਂ ਬਹੁਤ ਕਰਾਈਆਂ। ਪੰਚਾਇਤ ਸੈਕਟਰੀ ਸੀ ਮੇਰੇ ਖਿਆਲ ਨਾਲ 909 ਅਤੇ 606 ਪੰਚਾਇਤ ਸੈਕਟਰੀਆਂ ਦੀ 2 ਯੂਨੀਅਨ ਸੀਗੀਆਂ, ਜਿਨ੍ਹਾਂ ਨੂੰ ਘਰੇ ਬੁਲਾ ਕੇ ਅਸੀਂ ਚਿੱਠੀਆਂ ਦਿੱਤੀਆਂ ਵੀ ਤਾਂ ਕਿ ਸਾਡੇ ਨਾਮ 'ਤੇ ਕੋਈ ਬੰਦਾ ਗਲਤ ਉਹਨਾਂ ਨੂੰ ਗੁੰਮਰਾਹ ਨਾ ਕਰ ਜੇ। ਸੋ ਇਸ ਤਰ੍ਹਾਂ ਦੇ ਕੰਮ ਪਿਛਲੀ ਵਾਰੀ ਕਰਦੇ ਰਹੇ, ਪਰ ਐਤਕੀ ਅਨਫੋਰਚੂਨੇਟਲੀ ਬੀਬੀ ਜੀ ਸਰਕਾਰ ਦੇ ਵਿੱਚ ਨਹੀਂ ਸੀ, ਤਾਂ ਉਹਨੂੰ ਚੈਲੰਜ ਕਰਨ ਵਾਲਾ ਕੋਈ ਨਹੀਂ ਰਿਹਾ, ਉਸ ਦੀ ਗੱਲ ਨੂੰ ਫੁਕਾਰਨ ਵਾਲਾ ਕੋਈ ਨਹੀਂ ਰਿਹਾ, ਕਿਉਂਕਿ ਸਾਰੇ ਥੋੜ੍ਹਾ ਇੱਕ ਸੀਨੀਅਰਟੀ ਦਾ ਵੀ ਫਰਕ ਪੈ ਜਾਂਦਾ। ਸਾਰੇ ਫਿਰ ਵੀ ਇੱਜ਼ਤ ਕਰਦੇ ਸੀ ਵੀ ਪੁਰਾਣੇ ਨੇ, ਸੀਨੀਅਰ ਨੇ। ਅਲਟੀਮੇਟਲੀ ਆ ਕੇ ਸਾਰਿਆਂ ਨੇ ਆਵਾਜ਼ ਚੱਕੀ, ਸਿੱਧੂ ਸਾਹਿਬ ਹੋਣਾ ਨੇ, ਚੰਨੀ ਸਾਹਿਬ ਹੋਣਾ, ਸਾਰਿਆਂ ਨੇ, ਠੀਕ ਹੈ ਨਾ। ਪਹਿਲਾਂ ਬਟ ਕੁਛ ਸਾਲ ਇਹ ਉਹੀ ਸੀਨੀਅਰਟੀ ਕਰਕੇ ਦਬੀ ਜ਼ੁਬਾਨ 'ਚ ਕਹਿੰਦੇ ਰਹੇ, ਪਰ ਜਦੋਂ ਹਟੇ ਹੀ ਨਹੀਂ, ਜਦੋਂ ਅਸੀਂ ਦੇਖਿਆ ਵੀ ਜਿਹੜੇ 5-4 ਕੰਮ ਕਰਾਏ ਨੇ ਵੱਡੇ ਪੰਜਾਬ ਦੇ, ਉਹ ਵੀ ਸਾਡੇ ਲੀਡਰਾਂ ਨੇ ਜ਼ੋਰ ਪਾ ਕਰਾ ਲਏ, ਇਹ ਤਾਂ ਉਹ ਵੀ ਨਹੀਂ ਕਰਕੇ ਰਾਜੀ ਸੀ। ਸਾਰਾ ਕੁਝ ਓਪਨ ਹੋ ਗਿਆ ਤਾਂ ਫਿਰ ਸਾਰੇ ਲੋਕਾਂ ਨੇ ਡਾਂਗ ਚੱਕ ਲਈ, ਅਤੇ ਫਿਰ ਉਹਨਾਂ ਨੂੰ ਦਰਵਾਜ਼ਾ ਦਿਖਾਇਆ ਕਿ ਗੈਟ ਆਊਟ ਦਾ। ਇਹ ਵੀ ਜਿਹੜਾ ਬਚ ਗਏ ਥੋੜ੍ਹਾ ਬਹੁਤਾ, ਉਹ ਕਰੋਨਾ ਕਰਕੇ ਬਚ ਗਏ, ਨਹੀਂ ਇਹਨਾਂ ਨੂੰ ਇਹ ਗੈਟ ਆਊਟ ਤਾਂ ਸਾਡੀ ਪਾਰਟੀ ਨੇ 2 ਸਾਲ ਪਹਿਲਾਂ ਕਰ ਦੇਣਾ ਸੀ, ਬਟ ਅਨਫੋਰਚੂਨੇਟਲੀ ਕਰੋਨਾ ਕਾਲ ਆ ਗਿਆ। ਉਸ ਸਮੇਂ ਦੇ ਵਿੱਚ ਇੰਨੀ ਆਪਾਤਕਾਲੀਨ ਸਿਚੁਏਸ਼ਨ ਸੀ ਵੀ ਉਦੋਂ ਰਾਜਨੀਤੀ ਕਿਸੇ ਨੂੰ ਸੁੱਝੀ ਨਹੀਂ, ਇਹਨਾਂ ਨੂੰ ਉਹ ਐਕਸਟੈਂਸ਼ਨ ਮਿਲ ਗਈ। ਅਦਰਵਾਈਜ਼ ਇਹਨਾਂ ਨੂੰ ਸਾਡੀ ਪਾਰਟੀ 2 ਸਾਲ ਤੋਂ ਇਹਨਾਂ ਤੋਂ ਅੱਕੀ ਵੀ ਸੀ। ਜੇ ਲਹਿਰੇ ਦੀ ਗੱਲ ਕਰੀਏ ਵੀਰ ਜੀ, ਲਹਿਰੇ ਤਾਂ ਅਸੀਂ ਐਂਡ ਤੱਕ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰ ਸਕੇ ਵੀ ਯਾਰ ਇਹ ਵਾਕਈ ਢੀਂਡਸੇ ਨਾਲ ਰਲ ਕੇ ਕਾਂਗਰਸ ਦਾ ਹੀ ਨੁਕਸਾਨ ਕਰਦੇ ਹੋਣਗੇ। ਸਾਨੂੰ ਇਹ ਸੀ ਵੀ ਚਲੋ ਯਾਰ ਹੋ ਸਕਦਾ ਇਹ ਆਪਦੇ ਸਮਝੌਤੇ ਕਰ ਗਏ ਹੁਣ, ਬਾਦਲਾਂ ਦੀ ਜੇਬ 'ਚ ਪੈ ਗਏ ਹੁਣ, ਮੋਦੀ ਦੀ ਜੇਬ 'ਚ ਪੈ ਗਏ ਹੁਣ, ਪਰ ਐਟਲੀਸਟ ਇਹ ਨਹੀਂ ਕਰਨਗੇ ਵੀ ਲਹਿਰੇ ਦਾ ਨੁਕਸਾਨ ਕਰਨ, ਕਿਉਂਕਿ ਲਹਿਰੇ ਉਹਨਾਂ ਦੇ ਨਾਨਕੇ ਨੇ, ਚੂਲੜ ਕਲਾਂ ਦੇ ਵਿੱਚ ਨਾਨਕੇ ਨੇ, ਵੀ ਘੱਟੋ ਘੱਟ ਬੰਦਾ ਆਪਦੇ ਟੱਬਰ ਦੀ ਸ਼ਰਮ ਕਰ ਲੈਂਦਾ ਯਾਰ, ਠੀਕ ਹੈ ਨਾ। ਆਪਦੇ ਅਸੀਂ ਕਿੰਨੀ ਵਾਰੀ ਉਹਨਾਂ ਨੂੰ ਕਿਹਾ ਸੀ ਕਿ ਜੀ ਉਰੇ ਇੱਕ ਮੈਡੀਕਲ ਕਾਲਜ ਬਣਾਓ। ਦੇਖੋ ਬੀਬੀ ਜੀ ਕੋਲੇ ਤਾਕਤ ਆਈ ਸੀ, ਅਸੀਂ ਉਰੇ ਇੰਜੀਨੀਅਰਿੰਗ ਕਾਲਜ ਲੈ ਕੇ ਆਏ ਸੀ, ਬਾਬਾ ਹੀਰਾ ਸਿੰਘ ਭੱਠਲ ਦੇ ਨਾਮ 'ਤੇ, ਮੇਰੀ ਨਾਨਾ ਜੀ ਦੇ ਨਾਮ 'ਤੇ ਲੈ ਕੇ ਆਏ ਸੀ, ਠੀਕ ਹੈ ਨਾ। ਵੀ ਤੁਸੀਂ ਵੀ, ਤੁਹਾਡੇ ਵੀ ਜਿਹੜੇ ਪਰਿਵਾਰ ਦੇ ਬਜ਼ੁਰਗ ਨੇ, ਨਾਨਕੇ ਨੇ, ਉਹ ਦੇਸ਼ ਭਗਤ ਰਹੇ ਨੇ,
ਵੀ ਕਿਉਂ ਨਾ ਤੁਸੀਂ ਵੀ ਉਸ ਇੱਕ ਦੇਸ਼ ਭਗਤ ਦੇ ਨਾਮ ਤੇ ਇੱਕ ਮੈਡੀਕਲ ਕਾਲਜ ਬਣਾਓ ਇੱਥੇ। ਜ਼ਰੂਰਤ ਵੀ ਹੈ ਇਲਾਕੇ ਨੂੰ, ਤੁਹਾਡੇ ਦੇਸ਼ ਭਗਤ ਪਰਿਵਾਰ ਦਾ ਨਾਮ ਵੀ ਹੋਊਗਾ, ਪਰ ਉਹ ਦੇਸ਼ ਭਗਤਾਂ ਦੀ ਇਹਨਾਂ ਨੂੰ ਵੈਲਿਊ ਤਾਂ ਹੋਵੇ ਕਿਉਂਕਿ ਪੁਰਾਣੀ ਜਿਹੜੇ ਅੰਗਰੇਜ਼ਾਂ ਦੇ ਪਿੱਠੂ ਸੀ ਪਟਿਆਲੇ ਵਾਲੇ ਰਾਜੇ, ਤਾਂ ਇਹਨਾਂ ਨੇ ਉਸ ਨੂੰ ਗੋਲਿਆ ਹੀ ਨਹੀਂ ਕਦੇ। ਅਤੇ ਸਾਡੇ ਜਿਹੜੇ ਕਰਾਏ ਵੇ ਕੰਮ ਵੀ ਜੀ, ਮੈਂ ਮਿੰਨਤਾਂ ਕਰ ਕਰਕੇ ਡਾਕਟਰਾਂ ਦੀਆਂ ਅਤੇ ਟੀਚਰਾਂ ਦੀਆਂ ਜਾਂ ਹੋਰ ਮੁਲਾਜ਼ਮਾਂ ਦੀਆਂ ਬਦਲੀਆਂ ਕਰਾ ਕੇ ਲੈ ਕੇ ਆਉਂਦਾ ਇੱਥੇ, ਨਾਲੇ ਕਹਿ ਕੇ ਆਉਂਦਾ ਸੀ ਮੰਤਰੀਆਂ ਨੂੰ ਜਾਂ ਲੀਡਰਾਂ ਨੂੰ ਵੀ ਪਲੀਜ਼ ਹੁਣ ਬਦਲੀ ਬਾਹਰ ਵਾਪਸ ਨਾ ਕਰ ਦਿਓ ਜੀ, ਸਾਡੇ ਉਰੇ ਹੈ ਨਹੀਂ ਗੇ, ਠੀਕ ਹੈ ਨਾ। ਵਿਦਇਨ ਫਿਊ ਡੇਜ਼, ਮਤਲਬ ਬੰਦੇ ਨੇ ਜੁਆਇਨ ਕਰਨ ਤੋਂ ਪਹਿਲਾਂ ਹੀ ਉਹਦੇ ਕੈਂਸਲੇਸ਼ਨ ਦੇ ਆਰਡਰ ਆਏ ਹੁੰਦੇ, ਜਦੋਂ ਜਾ ਕੇ ਪੁੱਛਣਾ ਉਹਨੇ ਕਹਿਣਾ ਜੀ ਉੱਤੋਂ ਆਰਡਰ ਆ ਗਏ, ਕੀ ਕਰੀਏ, ਠੀਕ ਹੈ ਨਾ। ਅਸੀਂ ਬੜੇ ਹੈਰਾਨ ਹੋਣਾ, ਫਾਈਲਾਂ ਮੈਂ 8-8 ਘੰਟੇ 4-4 ਘੰਟੇ ਇੱਕ ਦਫ਼ਤਰ 'ਚ ਖੁਦ ਖੜ੍ਹ ਕੇ, ਮੈਨੂੰ ਪਹਿਲਾਂ ਹੋਣਾ ਵੀ ਯਾਰ ਸ਼ਾਇਦ ਪਹਿਲਾਂ ਮੇਰੇ ਕੰਮ ਤਾਂ ਰੁਕਦੇ ਰਹੇ ਵੀ ਕੋਈ ਕਮੀ ਛੱਡ ਦਿੰਦੇ ਹੋਣੇ ਮੁਲਾਜ਼ਮ, ਮੈਂ ਖੁਦ ਆਪ ਕੱਲਾ ਰਸੀਦ ਕੱਲੀ ਪੇਪਰ ਤਿਆਰ ਕਰਕੇ ਫਾਈਲਾਂ 4-4 ਘੰਟੇ ਲਿਜਾ ਕੇ ਤਿਆਰ ਕਰਾ ਕੇ, ਜਿਵੇਂ ਆਪਾਂ ਕਹਿੰਦੇ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਅਪਰੂਵ ਕਰਾ ਕੇ ਲੈ ਕੇ ਆਉਣੀਆਂ, ਸਾਰਾ ਕੰਮ ਓਕੇ ਕਰਕੇ ਆਉਣਾ। ਘਰੇ ਪਹੁੰਚਣ ਤੋਂ ਪਹਿਲਾਂ ਸੁਨੇਹਾ ਆਇਆ ਹੁੰਦਾ ਵੀ ਜੀ ਉਹ ਫਾਈਲ ਕੈਂਸਲ ਹੋ ਗਈ ਜੀ, ਫਾਈਲ ਰਿਜੈਕਟ ਹੋ ਗਈ ਜੀ। ਅਤੇ ਕਈ ਵਾਰੀ ਤਾਂ ਮੈਂ ਬੜਾ ਦੁਖੀ ਹੋ ਕੇ ਬੀਬੀ ਜੀ ਕੋਲ ਬਹਿ ਜਾਣਾ ਵੀ ਮੰਮਾ ਮੈਂ ਇੰਨੀ ਮਿਹਨਤ ਕਰ ਰਿਹਾ, ਇੰਨਾ ਜ਼ੋਰ ਲਾ ਰਿਹਾ, ਅਤੇ ਇਹ ਕਿਹੜੀ ਇਹੋ ਜਿਹੀ ਤਾਕਤ ਹੈ, ਕਿਹੜੀ ਇਹੋ ਜਿਹੀ ਸ਼ਕਤੀ ਹੈ ਜੋ ਮੈਨੂੰ ਦਿਖ ਨਹੀਂ ਰਹੀ, ਜਿਹੜੇ ਮੇਰੇ ਕੰਮ ਰੋਕ ਰਹੀ। ਬੀਬੀ ਨੇ ਕਹਿਣਾ ਤੂੰ ਹੌਸਲਾ ਰੱਖ ਬੇਟਾ, ਇਹ ਜ਼ਿੰਦਗੀ 'ਚ ਬਹੁਤ ਮੁਸ਼ਕਿਲਾਂ ਆਉਂਦੀਆਂ, ਮੈਂ ਵੀ ਐਂ ਮੁਸ਼ਕਿਲਾਂ ਦੇਖੀਆਂ ਨੇ, ਤੂੰ ਮਿਹਨਤ ਕਰੀ ਚੱਲ, ਘੱਟੋ ਘੱਟ ਤੂੰ ਜਦੋਂ ਲੋਕਾਂ ਦੇ ਵਿੱਚ ਜਾਏਗਾ ਤੈਨੂੰ ਆਪਦੇ ਮਨ 'ਚ ਤਾਂ ਹੌਸਲਾ ਹੋਊਗਾ ਵੀ ਹਾਂ ਯਾਰ ਮੈਂ ਕੋਸ਼ਿਸ਼ ਕਰੀ ਹੈ, ਮੈਂ ਆਪਦਾ ਬੈਸਟ ਲਾਇਆ, ਕੋਈ ਗੱਲ ਨਹੀਂ, ਕੋਈ ਕੰਮ ਬਣੂਗਾ ਕੋਈ ਨਹੀਂ ਬਣੂਗਾ। ਫਿਰ ਵੀ ਅਸੀਂ ਖੈਰ ਜਿਹੜੇ ਸਾਡੇ ਮੰਤਰੀਆਂ ਨਾਲ ਅਫਸਰਾਂ ਨਾਲ ਪਰਸਨਲ ਰਿਲੇਸ਼ਨ ਸੀਗੇ, ਉਹਨਾਂ ਤੋਂ ਅਸੀਂ ਕਾਫੀ ਕੰਮ ਕਰਵਾਇਆ ਇਸ ਇਲਾਕੇ ਦੇ ਵਿੱਚ, ਪਰ ਜਿਹੜੀਆਂ ਵੱਡੀਆਂ ਚੀਜ਼ਾਂ ਸੀ ਉਹਨਾਂ 'ਤੇ ਸਾਨੂੰ ਰੋਕ ਲੱਗੀ। ਜਦੋਂ ਚਰਨਜੀਤ ਸਿੰਘ ਚੰਨੀ ਜੀ ਆ ਗਏ ਤਾਂ ਉਹ ਕੰਮ ਤਾੜ ਹੋ ਗਏ। ਮਤਲਬ ਇਹਦਾ ਮਤਲਬ ਤਾਂ ਸਿਰਫ ਸੀਐਮ ਦਾ ਹੀ ਫਰਕ ਸੀ ਨਾ, ਠੀਕ ਹੈ ਨਾ। ਸਾਡੇ ਉਰੇ ਹੌਸਪੀਟਲ ਅਪਗ੍ਰੇਡ ਕਰਾਉਣਾ ਸੀ ਜੀ, ਬੀਬੀ ਜੀ ਨੇ ਡਿਸਟ੍ਰਿਕਟ ਲੈਵਲ ਦਾ ਹੌਸਪੀਟਲ। ਮਾਫ ਕਰਨਾ ਰਾਹੁਲ ਜੀ, ਮੈਂ ਪੁੱਛਣਾ ਕਿਹੜੇ ਕੰਮ, ਕਿਉਂਕਿ ਲੋਕ ਤਾਂ ਅਕਸਰ ਹੀ ਐਲਾਨ ਜੀ ਚੰਨੀ ਕਹਿੰਦੇ ਨੇ, ਐਲਾਨ ਕਰਦੇ ਨੇ, ਸਿਰਫ ਫੈਸਲੇ ਲੈਂਦੇ ਨੇ, ਕਿਹੜੇ ਕੰਮ ਕੀਤੇ ਨੇ ਜਿਹੜੇ ਤੁਸੀਂ ਕਹਿ ਰਹੇ ਹੋ, ਦਾਅਵੇ ਨਾਲ ਕਹਿ ਰਹੇ ਹੋ ਕਿ ਵੀ ਜਦੋਂ ਚਰਨਜੀਤ ਚੰਨੀ ਆ ਗਏ ਤਾਂ ਇੱਕੋਦਮ ਕੰਮ ਹੋਣੇ ਸਟਾਰਟ ਹੋ ਗਏ? ਬਹੁਤ ਅੱਛਾ ਸਵਾਲ ਕਰਿਆ ਜੀ ਤੁਸੀਂ। ਮੈਂ ਇਹ ਲੋਕਾਂ ਨੂੰ ਕਲੀਅਰ ਕਰਨਾ ਚਾਹੁੰਦਾ, ਇਹ ਜਿਹੜਾ ਐਲਾਨ ਜੀ ਚੰਨੀ ਕਹਿੰਦੇ ਆ ਨਾ, ਇਹ ਕੂੜ ਪ੍ਰਚਾਰ ਹੈ, ਇਹਦੇ ਵਿੱਚ ਨਾ ਜਾਇਓ। ਚੰਨੀ ਸਿਰਫ ਐਲਾਨ ਨਹੀਂ ਕਰਦਾ, ਕੰਮ ਵੀ ਕਰਦਾ, ਅਤੇ ਨਾਲ ਉਹ ਦਿਖਾਉਂਦਾ ਵੀ ਆਹ ਸੋਚ ਹੈ ਮੇਰੀ, ਆਹ ਕੰਮ ਕਰਨਾ ਚਾਹੁੰਦਾ ਮੈਂ, ਇਹਦਾ ਮੈਂ ਅੱਜ ਜਿਵੇਂ ਕਹਿੰਦੇ ਬੀੜਾ ਰੱਖ ਕੇ ਚੱਲਿਆ, ਅੱਜ ਨੀਂਹ ਪੱਥਰ ਰੱਖ ਕੇ ਚੱਲਿਆ, ਤਾਂ ਕਿ ਜੇ ਅੱਗੇ ਮੈਨੂੰ ਤੁਸੀਂ ਟਾਈਮ ਦਿੱਤਾ, ਮੌਕਾ ਦਿੱਤਾ, ਤਾਂ ਇਹਨੂੰ ਸਿਰੇ ਲਾਊਂਗਾ। ਨਹੀਂ ਤਾਂ ਘੱਟੋ ਘੱਟ ਮੈਂ ਅੱਜ ਸ਼ੁਰੂਆਤ ਕਰਦਾ, ਜਿਹਨੂੰ ਵੀ ਮੌਕਾ ਮਿਲੂਗਾ ਉਹਨੂੰ ਸੰਗ ਦੇ ਮਾਰੇ ਨੂੰ ਕੁਛ ਨਾ ਕੁਛ ਤਾਂ ਕਰਨਾ ਪਊਗਾ ਨਾ। ਹੁਣ ਬੀਬੀ ਭੱਠਲ ਨੇ ਜਦੋਂ ਸੀਐਮ ਬਣੇ, ਉਹਨਾਂ ਦਾ ਸੇਮ ਕਹਾਣੀ ਸੀ ਜੀ, ਉਦੋਂ ਵੀ ਹਿਸਟਰੀ ਬਣੀ ਸੀ ਵੀ ਪਹਿਲੀ ਵਾਰ ਇੱਕ ਮਹਿਲਾ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਦਿੱਤਾ ਤਾਂ ਕਾਂਗਰਸ ਪਾਰਟੀ ਨੇ ਦਿੱਤਾ। ਉਹਨਾਂ 'ਤੇ ਵੀ ਸੇਮ ਇਹੀ ਗੱਲ ਵੀ 2 ਮਹੀਨੇ 3 ਮਹੀਨੇ ਉਹ 80 ਦਿਨ ਮੈਨੂੰ ਲੱਗਦਾ ਮੁੱਖ ਮੰਤਰੀ ਰਹੇ, ਅਤੇ ਉਹਨਾਂ ਨੇ 51 ਵੱਡੇ ਫੈਸਲੇ ਲਿੱਤੇ, ਠੀਕ ਹੈ ਨਾ, ਜਿਹ 'ਚੋਂ ਕੁਛ ਲਾਗੂ ਹੋਏ, ਬਾਕੀ ਲਾਗੂ ਹੋਣ ਤੋਂ ਪਹਿਲਾਂ ਹੀ ਇਹ ਬਾਦਲਾਂ ਨੇ, ਸ਼ਾਹੂਕਾਰਾਂ ਨੇ, ਸਾਰਿਆਂ ਨੇ ਇਕੱਠੇ ਹੋ ਕੇ ਵਿਉਂਤ ਬਣਾ ਕੇ ਚੋਣ ਜਾਬਤਾ 6 ਮਹੀਨੇ ਪਹਿਲਾਂ ਹੀ ਲਵਾਤੀ, ਕਿਉਂਕਿ ਉਹਨਾਂ ਨੂੰ ਪਤਾ ਸੀ ਭੱਠਲ ਨੇ 6 ਮਹੀਨਿਆਂ 'ਚ ਜੇ 51 ਕੰਮ ਕਰਤੇ ਤਾਂ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਜ਼ਿੰਦਗੀ ਦੇ ਵਿੱਚ, ਠੀਕ ਹੈ ਜੀ। ਪਰ ਉਦੋਂ ਜਿਹੜੀ ਅਸੀਂ ਸ਼ੁਰੂਆਤ ਕਰੀ ਉਹ ਦੂਜਿਆਂ ਨੂੰ ਸੰਗੋ ਸੰਗੀ ਕਰਨਾ ਪਿਆ। ਜਿਵੇਂ ਕਿਸਾਨਾਂ ਦਾ ਬਿਜਲੀ ਦਾ ਬਿੱਲ ਮਾਫ ਕਰਨ ਦਾ ਫੈਸਲਾ ਸਭ ਤੋਂ ਪਹਿਲਾਂ ਬੀਬੀ ਭੱਠਲ ਨੇ ਲਿੱਤਾ ਸੀ, ਸ਼ੁਰੂਆਤ ਬੀਬੀ ਭੱਠਲ ਨੇ ਕਰੀ ਸੀ, ਠੀਕ ਹੈ ਜੀ। ਉਹਨਾਂ ਨੇ 7 ਏਕੜ ਤੱਕ ਕਿਸਾਨ ਦਾ ਕਰਜ਼ਾ ਮਾਫ ਕਰਿਆ। ਜਦੋਂ ਉਹ ਬੂਟਾ ਲਾਤਾ ਤਾਂ ਉਹ ਸੰਗੋ ਸੰਗੀ ਆ ਕੇ ਗਾਹਾਂ ਵੱਧਦਾ ਗਿਆ, ਅੱਜ ਸਾਰਾ ਆਪਣਾ ਬਿਜਲੀ ਦਾ ਬਿੱਲ ਮਾਫ ਹੈ। ਉਵੇਂ ਬੀਬੀ ਭੱਠਲ ਨੇ ਸ਼ਗਨ ਸਕੀਮ ਸ਼ੁਰੂ ਕਰੀ ਸੀ, ਠੀਕ ਹੈ ਨਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਫੈਸਲੇ ਸੀ ਜਿਹੜੇ ਬੀਬੀ ਭੱਠਲ ਨੇ ਉਦੋਂ ਲਿੱਤੇ, ਭਾਵੇਂ ਸਰਕਾਰ ਬਦਲ ਗਈ ਪਰ ਉਹ ਸਰਕਾਰਾਂ ਨੂੰ ਸੰਗੋ ਸੰਗੀ ਅੱਗੇ ਚਲਾਉਣਾ ਪਿਆ। ਸੇਮ ਚੀਜ਼ ਚੰਨੀ ਜੀ ਕਰ ਰਹੇ ਨੇ, ਇਹ ਕਹਿ ਰਿਹਾ ਵੀ ਯਾਰ ਮੇਰੇ ਕੋਲ ਅੱਜ ਸਮਾਂ ਮਿਲਿਆ, ਜਿੰਨਾ ਮੈਂ ਅੱਜ ਕਰ ਸਕਦਾ ਉਹ ਤਾਂ ਕਰ ਜਾ, ਠੀਕ ਹੈ ਨਾ। ਪਰ ਮੈਂ ਨਾਲ ਇਹੋ ਜਿਹੀਆਂ ਚੀਜ਼ਾਂ ਲਿਆ ਕੇ ਲੋਕਾਂ ਮੂਹਰੇ ਰੱਖਦਾ ਵੀ ਸਰਕਾਰਾਂ ਆ ਵੀ ਕਰ ਸਕਦੀਆਂ, ਤਾਂ ਕਿ ਜੇ ਮੈਨੂੰ ਮੌਕਾ ਦੇਣਗੇ ਤਾਂ ਮੈਂ ਕਰੂੰਗਾ, ਨਹੀਂ ਦੇਣਗੇ ਤਾਂ ਜਿਹੜੇ ਨੂੰ ਵੀ ਦੇਣਗੇ ਉਸ ਬੰਦੇ ਨੂੰ ਸ਼ਰਮ ਹੋਊ ਵੀ ਚੰਨੀ 3 ਮਹੀਨਿਆਂ 'ਚ ਆਹ ਚੀਜ਼ਾਂ ਕਰ ਗਿਆ ਸੀ ਯਾਰ, ਸ਼ੁਰੂਆਤ ਕਰ ਗਿਆ ਸੀ, ਤੁਸੀਂ ਕਿਉਂ ਨਹੀਂ ਕੰਟੀਨਿਊ ਕਰ ਸਕੇ। ਕਿਤੇ ਨਾ ਕਿਤੇ ਦੇਖੋ ਕਾਂਗਰਸ ਹਾਈ ਕਮਾਨ ਨੇ ਜਿਹੜਾ ਸੀਐਮ ਚੰਨੀ ਨੂੰ ਇੱਕ ਵਾਰ ਫਿਰ ਤੋਂ ਸੀਐਮ ਚਿਹਰਾ ਐਲਾਨ ਦਿੱਤਾ ਹੈ, ਪਰ ਲੋਕਾਂ ਦੀ ਜਾਂ ਫਿਰ ਕਾਂਗਰਸੀ ਆਗੂਆਂ ਦੀ ਗੱਲ ਕਰੀ ਜਾਵੇ ਤਾਂ ਉਹ ਕਿਤੇ ਨਾ ਕਿਤੇ ਇੱਕ ਵਿਰੋਧ ਜਿਹਾ ਜਤਾਇਆ ਜਾ ਰਿਹਾ। ਤੁਹਾਨੂੰ ਕੀ ਲੱਗਦਾ ਕਿ ਮਤਲਬ ਜੇ ਕਾਂਗਰਸ ਜਿਹੜੀ ਹਾਈ ਕਮਾਨ ਹੈ ਉਹਨੇ ਫੈਸਲਾ ਗਲਤ ਲਿਆ ਸੀਐਮ ਚੰਨੀ ਨੂੰ ਚਿਹਰਾ ਐਲਾਨ ਕੇ, ਕਿਉਂਕਿ ਵਿੱਚੋਂ ਵਿੱਚ ਨਵਜੋਤ ਸਿੰਘ ਸਿੱਧੂ ਜਾਂ ਫਿਰ ਕੋਈ ਹੋਰ ਇਹੋ ਜਿਹੇ ਆਗੂ ਨੇ ਜਿਹੜੇ ਕਾਫੀ ਉੱਚੇ ਅਹੁਦੇ 'ਤੇ ਨੇ, ਪਰ ਉਹਨਾਂ ਦਾ ਜਿਹੜਾ ਅੰਦਰਲਾ ਵਤੀਰਾ ਹੈ ਉਹ ਸ਼ਾਇਦ ਨਹੀਂ ਚਾਹੁੰਦਾ ਕਿ ਸੀਐਮ ਚੰਨੀ ਹੀ ਸੀਐਮ ਫੇਸ ਹੁੰਦੇ। ਨਹੀਂ ਜੀ, ਦੇਖੋ ਜੋ ਰੀਅਲ ਕਾਂਗਰਸਮੈਨ ਹੈ ਉਹ ਤਾਂ ਕਦੇ ਵੀ ਪਾਰਟੀ ਦੇ ਫੈਸਲੇ ਦੇ ਖਿਲਾਫ ਨਹੀਂ ਜਾਊਗਾ। ਜਿਹੜਾ ਅਸਲੀ ਕਾਂਗਰਸਮੈਨ ਹੈ ਉਹ ਪਾਰਟੀ ਦੇ ਵਿੱਚ ਆਪਦੀ ਰਾਏ ਜ਼ਰੂਰ ਰੱਖੂਗਾ, ਪਰ ਕਦੇ ਵੀ ਪਬਲਿਕਲੀ ਜਾਂ ਕਿਸੇ ਹੋਰ ਚੀਜ਼ 'ਤੇ ਪਾਰਟੀ ਦੇ ਖਿਲਾਫ ਨਹੀਂ ਜਾਊਗਾ, ਕਿਉਂਕਿ ਇੱਕ ਡਿਸਿਪਲਿਨ ਇਹੀ ਹੁੰਦਾ।
ਫੌਜਾਂ ਆਪਦੇ ਜਰਨੈਲ ਨੂੰ ਸੁਜੈਸ਼ਨ ਜ਼ਰੂਰ ਦੇ ਸਕਦੀਆਂ ਵੀ ਜਰਨੈਲ ਸਾਹਿਬ ਆਪਾਂ ਨੂੰ ਇੱਧਰ ਜਾਣਾ ਚਾਹੀਦਾ, ਪਰ ਜਦੋਂ ਜਰਨੈਲ ਨੇ ਕਹਿਤਾ ਮਾਰਚ ਤਾਂ ਦੈਨ ਫੌਜ ਨੂੰ ਮਾਰਚ ਕਰਨਾ ਚਾਹੀਦਾ। ਸੋ ਅਸਲੀ ਸਿਪਾਹੀ ਤਾਂ ਉਹ ਹੈ। ਦੂਸਰੀ ਗੱਲ, ਜਿੱਥੋਂ ਤੱਕ ਗੱਲ ਕਰੀਏ ਲੋਕਾਂ ਦੀ, ਲੋਕਾਂ 'ਚ ਵੀ ਬੜੀ ਖੁਸ਼ੀ ਹੈ, ਕਿਉਂਕਿ ਜਿਵੇਂ ਮੈਂ ਕਿਹਾ ਹਰ ਇਨਸਾਨ ਰਿਲੇਟ ਕਰਦਾ ਚੰਨੀ ਜੀ ਨਾਲ। ਅਗਲਾ ਕਹਿੰਦਾ ਯਾਰ ਹਾਂ ਠੀਕ ਹੈ, ਇੱਕ ਵਾਕਈ ਇੱਕ ਗਰੀਬ ਘਰ ਤੋਂ ਮਿਡਲ ਕਲਾਸ ਫੈਮਿਲੀ ਤੋਂ ਉੱਠਿਆ ਮੁੰਡਾ ਹੈ, ਉਹ ਸਾਰੀ ਚੀਜ਼ ਸਮਝਦੇ। ਉਹਨਾਂ ਨੂੰ ਸੁਣਦੇ ਹਾਂ ਜਦੋਂ ਜਾਂ ਗੱਲ ਕਰਦੇ ਹਾਂ, ਕਦੇ ਲੱਗਦਾ ਹੀ ਨਹੀਂ ਵੀ ਯਾਰ ਇੱਕ CM ਦੀ ਗੱਲ ਕਰ ਰਹੇ ਬਈ। ਕਦੇ ਸੁਣਿਆ ਸੀ ਰਾਤ ਨੂੰ 2-2 ਵਜੇ ਕੈਬਨਿਟ ਮੀਟਿੰਗਾਂ ਹੁੰਦੀਆਂ, ਕਦੇ ਸੁਣਿਆ ਸੀ 12 ਵਜੇ ਮੁੱਖ ਮੰਤਰੀ ਦਰਬਾਰ ਲਾ ਕੇ ਬਾਹਰ ਬੈਠਾ ਵੀ ਆਮ ਲੋਕ ਜਿਹੜੇ ਆ ਰਹੇ ਨੇ ਲਿਆਓ ਵੀ ਪਹਿਲਾਂ ਇਹਨਾਂ ਨੂੰ ਹੀ ਮਿਲਣਾ, ਗਰਾਊਂਡ 'ਚ ਖੜਿਆ ਮੀਟਿੰਗਾਂ ਕਰ ਜਾਂਦਾ। ਅਫਸਰ 2-2 ਵਜੇ ਤੱਕ 3-3 ਵਜੇ ਤੱਕ ਦਫ਼ਤਰਾਂ 'ਚ ਬੈਠੇ, ਕਦੇ ਦੇਖਿਆ ਸੀ? 3 ਮਹੀਨੇ 'ਚ ਨੁਹਾਰ ਬਦਲ ਕੇ ਦਿਖਾਈ ਹੈ ਨਾ, ਇੱਕ ਨਵੀਂ ਚੀਜ਼ ਬਣਾ ਕੇ ਦਿਖਾਈ ਹੈ, ਠੀਕ ਹੈ ਨਾ। ਸਿਕਿਉਰਿਟੀ ਪਿੱਛੇ ਕਰਕੇ ਆਪ ਲੋਕਾਂ ਦੇ ਵਿੱਚ ਜਾ ਕੇ CM ਘੁੰਮ ਰਿਹਾ ਹੈ, ਠੀਕ ਹੈ ਨਾ। ਨਹੀਂ ਤਾਂ ਅੱਗੇ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਸੀ ਜਦੋਂ ਕੈਪਟਨ ਸਾਹਿਬ ਆਉਂਦੇ ਸੀ, ਮੈਂ ਖੁਦ ਕਈ ਵਾਰੀ ਦੂਰ ਹੋ ਜਾਂਦਾ ਸੀ ਵੀ ਯਾਰ ਐਵੇਂ ਕੂਣੀਆਂ ਮਾਰ ਪੈਰ ਮਿੱਧਣਗੇ ਯਾਰ, ਵੀ ਰਹਿਣ ਤੋਂ ਦੂਰੋਂ ਹੀ ਸਤਿ ਸ੍ਰੀ ਅਕਾਲ ਕਰ ਦਿੰਦੇ ਹਾਂ। ਅਤੇ ਜੇ ਸਾਨੂੰ ਇਹ ਸਥਿਤੀ ਸੀ ਤਾਂ ਆਮ ਲੋਕਾਂ ਦਾ ਕੀ ਹਾਲਾਤ ਹੁੰਦੀ, ਠੀਕ ਹੈ ਨਾ। ਹੁਣ ਉਹ ਆਉਂਦੇ ਨੇ ਇੰਨੇ ਅਪਰੋਚੇਬਲ ਨੇ, ਜਿਵੇਂ ਮਰਜ਼ੀ ਬੰਦਾ। ਕਹਿੰਦਾ ਭਾਵ ਤੁਸੀਂ ਮੰਨਦੇ ਹੋ ਕਿ ਉਹਨਾਂ ਦਾ ਰਾਜਿਆਂ ਵਾਲਾ ਵਤੀਰਾ ਸੀ, ਮਹਾਰਾਜਿਆਂ ਵਾਲਾ ਵਤੀਰਾ ਸੀਗਾ, ਆਮ ਲੋਕਾਂ 'ਚ ਵਿਚਰਦੇ ਘੱਟ ਸੀਗੇ। ਵਤੀਰਾ ਕੀ, ਜੋ ਤਾਂ ਸੀਗੇ ਹੀ ਮਹਾਰਾਜੇ, ਤਾਂ ਉਹ ਮਹਾਰਾਜਾ ਆਪਣਾ ਉਹਨਾਂ ਦੇ ਵਿੱਚੋਂ ਕਦੇ ਗਿਆ ਹੀ ਨਹੀਂ। ਉਹ ਤਾਂ ਅੱਜ ਤੱਕ ਆਪਦੇ ਆਪ ਨੂੰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਕਹਿਲਾਉਂਦੇ ਆ। ਜਦੋਂ ਉਹਨਾਂ ਦੇ ਕੋਈ ਨਾਲ ਦੇ ਗੱਲ ਕਰੇ ਮਹਾਰਾਜਾ ਸਾਹਿਬ, ਮਹਾਰਾਣੀ ਸਾਹਿਬ, ਉਹ ਹੈਗੇ, ਉਸ 'ਚ ਕੋਈ ਦੋ ਰਾਏ ਨਹੀਂ। ਇਹ ਤਾਂ ਪੰਜਾਬ ਦੇ ਲੋਕ ਵੀ ਜਾਣਦੇ, ਮੈਂ ਕੀ ਕਹਿੰਦਾ ਇਹਦੇ। ਮਤਲਬ ਵਤੀਰਾ ਵੀ ਰੱਖਦੇ ਸੀ ਉਹ ਕਿਤੇ ਨਾ ਕਿਤੇ, ਬੇਸ਼ੱਕ ਹੈਗੇ ਸੀ, ਪਰ ਜੇ ਜਨਤਾ ਨੇ ਵੋਟ ਪਾ ਕੇ ਜਿਤਾਏ ਨੇ ਉਸ ਤੋਂ ਬਾਅਦ ਜਨਤਾ ਦੀ ਸੇਵਾ ਕਰਨੀ ਚਾਹੀਦੀ ਹੈ। ਅਕਸਰ ਹੀ ਚਲੋ ਜਿਵੇਂ ਤੁਸੀਂ ਕਹਿ ਕੇ CM ਚੰਨੀ ਖੁਦ ਲੋਕਾਂ ਨੂੰ ਗਰਾਊਂਡ ਫਲੇਅਰ 'ਤੇ ਮਿਲਦੇ ਸੀਗੇ, ਉੱਦਾਂ ਹੀ ਭਗਵੰਤ ਮਾਨ ਵੀ ਕਰਦੇ ਸੀ, ਸਿਮਰਜੀਤ ਸਿੰਘ ਬੈਂਸ ਵੀ ਕਰਦੇ ਸੀਗੇ। ਇਹ ਕੋਈ ਸ਼ਾਇਦ ਨਵੀਂ ਗੱਲ ਨਹੀਂ, ਕਿਉਂਕਿ ਇਲੈਕਸ਼ਨਾਂ ਵਕਤ ਨੇਤਾ ਸਾਰੇ ਇੱਦਾਂ ਕਰਦੇ ਨੇ। ਪਰ ਜੇ ਗੱਲ ਕੀਤੀ ਜਾਵੇ, ਤੁਹਾਨੂੰ ਲੱਗਦਾ ਇੱਕ ਤੁਸੀਂ ਵੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਸੀਗੇ ਕਿਤੇ ਨਾ ਕਿਤੇ, 1 ਸਾਲ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਉੱਤੇ ਵੀ, ਪਰ ਨਵਜੋਤ ਸਿੰਘ ਸਿੱਧੂ ਵੀ ਕਹਿ ਦਈਏ ਤਾਂ ਫਿਲਮ ਇੰਡਸਟਰੀ ਜਾਂ ਬੰਬੇ ਇੰਡਸਟਰੀ ਨਾਲ ਜੁੜੇ ਹੋਏ ਨੇ। CM ਚੰਨੀ ਦੇ ਚਿਹਰਾ ਐਲਾਨਣ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਗੱਲ ਕਹੀ ਹੈ ਕਿ ਮੈਨੂੰ ਸ਼ਾਇਦ ਕਿਸੇ ਚੀਜ਼ ਦੀ ਭੁੱਖ ਨਹੀਂ, ਮੈਂ ਤਾਂ ਹੱਸ ਕੇ ਵੀ ਪੈਸੇ ਕਮਾ ਲੈਣਾ। ਇਹ ਚੀਜ਼ ਦੋ ਰਾਏ ਜੀ ਗੱਲ ਹੋ ਰਹੀ ਹੈ, ਕੀ ਸਿਸਟਮ ਹੈ, ਕਿਸ ਚੀਜ਼ ਨੂੰ ਉਹਨਾਂ ਨੇ ਕਿਹਾ ਹੈ, ਕਿਸ ਚੀਜ਼ ਨੂੰ ਬਿਆਨ ਕੀਤਾ ਵੀ, ਜਾਂ ਉਹਨਾਂ ਨੂੰ ਕੋਈ ਪੈਸੇ ਦੀ ਭੁੱਖ ਸੀ, ਜਾਂ ਫਿਰ CM ਚਿਹਰਾ ਅੰਦਰੋਂ ਖੁਸ਼ ਨਹੀਂ ਹੈਗੇ ਉਸ ਚਰਨਜੀਤ ਚੰਨੀ ਨੂੰ ਲੈ ਕੇ? ਨਹੀਂ, ਉਹਨਾਂ ਦਾ ਕਹਿਣ ਦਾ ਸਿਰਫ ਇਹੀ ਮਤਲਬ ਸੀ ਵੀ ਮੈਨੂੰ ਕੋਈ ਲਾਲਚ ਨਹੀਂ ਹੈ ਕਿ ਮੈਂ CM ਬਣਾ ਜਾਂ ਕੁਛ ਹੋਰ ਬਣਾ, ਠੀਕ ਹੈ ਨਾ। ਵੀ ਮੈਂ ਤਾਂ, ਉਹਨਾਂ ਨੇ ਇਹ ਕਿਹਾ ਵੀ ਮੈਨੂੰ ਤਾਂ ਹੱਸਣ ਦੇ ਵੀ ਪੈਸੇ ਮਿਲਦੇ ਸੀ, ਕਿਉਂਕਿ ਆਪਾਂ ਕਾਮੇਡੀ ਨਾਈਟਸ ਵਿਦ ਕਪਲ 'ਚ ਦੇਖਦੇ ਹਾਂ ਤਾਂ ਉੱਥੇ ਉਹਨਾਂ ਦੀ ਹਾਸਾ ਇੱਕ ਮਸ਼ਹੂਰ ਹੈ ਪੂਰੇ ਦੇਸ਼ ਦੇ ਵਿੱਚ। ਸੋ ਉਹ ਕਹਿੰਦੇ ਵੀ ਮੈਂ ਉਹ ਕੰਮਕਾਰ ਆਪਦੀ ਕਮਾਈ ਛੱਡ ਕੇ ਅਗਰ ਇੱਥੇ ਆਇਆ, ਠੀਕ ਹੈ ਨਾ, ਤਾਂ ਜੇ ਮੈਨੂੰ ਲਾਲਚ ਹੀ ਹੁੰਦਾ ਤਾਂ ਉੱਧਰ ਜ਼ਿਆਦਾ ਮੈਂ ਕਮਾ ਸਕਦਾ ਸੀ। ਇਹ ਲੋਕਾਂ ਨੂੰ ਨਾ ਇੱਕ ਉਹ ਹੈ ਵੀ ਯਾਰ ਪੋਲੀਟਿਕਸ 'ਚ ਹਰ ਬੰਦਾ ਹੀ ਮਾੜਾ ਹੈ, ਠੀਕ ਹੈ ਨਾ। ਕਈ ਲੋਕ ਜੈਨੂਅਨ ਕੁਛ ਕਰਨਾ ਚਾਹੁੰਦੇ, ਠੀਕ ਹੈ ਨਾ। ਉਹਨਾਂ ਦੀ ਸੋਚ ਇਹ ਹੈ ਵੀ ਯਾਰ ਮੇਰਾ ਜੋ ਮਾਡਲ ਹੈ, ਜਿੱਥੋਂ ਤੱਕ ਮੈਂ ਸਮਝ ਪਾਇਆ, ਠੀਕ ਹੈ ਨਾ, ਵੀ ਮੇਰਾ ਮਾਡਲ ਇੰਪਲੀਮੈਂਟ ਹੋਣਾ ਚਾਹੀਦਾ, ਜੋ ਮੈਂ ਸੋਚ ਪੰਜਾਬ ਲਈ ਲੈ ਕੇ ਚੱਲਿਆ ਉਹ ਇੰਪਲੀਮੈਂਟ ਹੋਣੀ ਚਾਹੀਦੀ ਹੈ। ਇਹ ਮੈਟਰ ਨਹੀਂ ਮੈਂ ਕਰਾਂ ਕਿ ਕੌਣ ਕਰੇ, CM ਉਹ ਹੋਵੇ ਜਿਹੜਾ ਕਰੇ। ਜੀ ਇੱਕ ਵਾਰ ਫੇਰ ਤੋਂ ਹੁਣ ਇੱਕ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਜਦੋਂ ਇੱਕ ਵੱਡਾ ਰਾਜਨੇਤਾ ਹੁੰਦਾ ਕੋਈ, ਤਾਂ ਕਿਸੇ ਨਾ ਕਿਸੇ ਲੋਟ ਆਪਣੇ ਬੇਟੇ ਨੂੰ ਵੀ ਉਸ ਮੈਦਾਨ 'ਚ ਉਤਾਰ ਦਿੰਦਾ। ਹੌਲੀ ਹੌਲੀ ਤੁਸੀਂ ਵੀ ਪ੍ਰਚਾਰ ਕਰਦੇ ਜਾ ਰਹੇ ਹੋ ਬੀਬੀ ਜੀ ਨਾਲ, ਕਿਉਂਕਿ ਉਹ ਮੈਦਾਨ 'ਚ ਉਤਰੇ ਨੇ। ਲੱਗਦਾ ਅੱਗੇ ਜਿਹੜਾ ਤੁਹਾਡਾ ਆਪਣਾ ਮਾਈਂਡ ਕਿ ਮੈਂ ਵੀ ਇੱਕ ਚੰਗਾ ਪੋਲੀਟੀਸ਼ੀਅਨ ਬਣਨਾ, ਲੋਕਾਂ ਦੀ ਸੇਵਾ ਕਰਨੀ, ਕੋਈ ਇੱਦਾਂ ਦੇ ਵਿਚਾਰ ਨੇ, ਜਾਂ ਫਿਰ ਵੈਸੀ ਸਪੋਰਟ 'ਤੇ ਉਤਰੇ ਹੋਏ? ਦੇਖੋ ਜੀ, ਇਹ ਤੁਸੀਂ ਇੱਕ ਬਹੁਤ ਵਧੀਆ ਸਵਾਲ ਪੁੱਛਿਆ। ਮੈਂ ਚਾਹੁੰਦਾ ਸੀ ਮੈਥੋਂ ਕੋਈ ਇਹ ਸਵਾਲ ਪੁੱਛੇ, ਜਿਹੜਾ ਇੱਕ ਸ਼ਬਦ ਬਣ ਗਿਆ ਭਾਈ ਭਤੀਜਾਵਾਦ ਜਾਂ ਪ੍ਰਵਾਦਵਾਦ। ਅੱਜ ਇੱਕ ਪੋਲੀਟੀਕਲ ਬੰਦੇ ਦਾ ਬੇਟਾ ਹੋਣਾ ਪੋਲੀਟਿਕਸ ਦੇ ਵਿੱਚ ਇੱਕ ਧੱਬਾ ਟਾਈਪ ਬਣ ਗਿਆ। ਅਗਲਾ ਕਹਿੰਦਾ ਤਾਂ ਲੀਡਰਾਂ ਦੇ ਜਵਾਕ ਨੇ। ਮੈਂ ਇਹ ਕਹਿਣਾ ਚਾਹੁੰਦਾ ਯਾਰ ਇਹ ਮੁੱਦਾ ਹੀ ਕਿਉਂ ਹੈ, ਵੈਦਰ ਮੈਂ ਕਿਸੇ ਲੀਡਰ ਦਾ ਮੁੰਡਾ ਜਾਂ ਨਹੀਂ ਹਾਂ, ਠੀਕ ਹੈ ਨਾ। ਉਹ ਚੀਜ਼ ਨਾ ਤਾਂ ਮੈਨੂੰ ਫਾਇਦਾ ਦੇਵੇ, ਠੀਕ ਹੈ, ਮੈਂ ਐਗਰੀ ਕਰਦਾ ਮੈਨੂੰ ਕੋਈ ਫਾਇਦਾ ਨਹੀਂ ਉਸ ਚੀਜ਼ ਦਾ ਮਿਲੇ, ਪਰ ਨੁਕਸਾਨ ਵੀ ਨਾ ਹੋਵੇ, ਠੀਕ ਹੈ ਨਾ। ਕਈ ਵਾਰੀ ਸਾਨੂੰ ਇਸ ਚੀਜ਼ ਲਈ ਸਿੰਗਲ ਆਊਟ ਕਰਿਆ ਜਾਂਦਾ ਹੈ ਵੀ ਨਹੀਂ ਯਾਰ ਇਹ ਜੇ ਲੀਡਰਾਂ ਦੇ ਜਵਾਕ ਨੂੰ ਐਂ ਕਰਤਾ ਤਾਂ ਮਾੜਾ ਹੋ ਜਾਊਗਾ, ਚਾਹੇ ਜਵਾਕ ਚੱਜ ਦਾ ਹੋਵੇ। ਦੇਖੋ ਇੱਕ ਪੋਲੀਟੀਕਲ ਬੰਦਾ, ਜਿਵੇਂ ਮੈਂ ਮੰਨਣਾ ਚਾਹੁੰਦਾ ਇੱਕ ਫਿਲਮ ਅਤੇ ਇੱਕ ਪੋਲੀਟਿਕਸ, ਇਹ ਦੋ ਇਹੋ ਜਿਹੀਆਂ ਚੀਜ਼ਾਂ ਹੈ, ਇਹ 'ਚ ਤੁਹਾਡੇ ਮਾਂ ਬਾਪ ਤੁਹਾਨੂੰ ਇੱਕ ਮੌਕਾ ਜ਼ਰੂਰ ਦਵਾ ਸਕਦੇ, ਚਲਾ ਨਹੀਂ ਸਕਦੇ। ਸੇਮ ਗੱਲ ਫਿਲਮਾਂ ਦੇ ਵਿੱਚ ਵੀ ਹੈ, ਉਹ ਤੁਹਾਨੂੰ ਇੱਕ ਫਿਲਮ ਬਣਾ ਕੇ ਲਾਂਚ ਜ਼ਰੂਰ ਕਰ ਸਕਦੇ ਹੈ, ਪਰ ਉਹ ਫਿਲਮ ਹਿੱਟ ਉਹ ਨਹੀਂ ਕਰਾ ਸਕਦੇ, ਹਿੱਟ ਲੋਕ ਕਰਾਉਣਗੇ। ਫਲੋਪ ਫਿਲਮਾਂ ਚਾਹੇ 50 ਬਣਾਈ ਜਾਣ। ਸੋ ਰਾਹੁਲ ਜੀ, ਫਿਲਮ ਤਾਂ ਤੁਸੀਂ ਨਹੀਂ ਪ੍ਰੋਡਿਊਸ ਕੀਤੀ ਸੀ, ਫਿਰ ਮਤਲਬ ਮੌਕਾ ਤੁਹਾਨੂੰ ਮਿਲਿਆ ਸੀ, ਹਿੱਟ ਨਹੀਂ ਹੋਈ, ਜਾਂ ਫਿਰ ਅੱਗੇ ਫਿਰ ਰਾਜਨੇਤਾ ਬਣਨਾ ਤਾਂ ਇੱਥੇ ਪ੍ਰੋਡਕਸ਼ਨ ਹਾਊਸ ਬੰਦ ਕਰਨ ਲੱਗੇ? ਨਹੀਂ ਪ੍ਰੋਡਕਸ਼ਨ ਹਾਊਸ ਬੰਦ ਨਹੀਂ ਜੀ। ਦੇਖੋ ਮੇਰੀ ਸੋਚ ਸੀ ਨਾ ਜੀ, ਮੈਂ ਚਾਹੁੰਦਾ ਵੀ ਪੋਲੀਟਿਕਸ ਮੇਰਾ ਪੈਸ਼ਨ ਹੋਵੇ, ਪ੍ਰੋਫੈਸ਼ਨ ਨਾ ਹੋਵੇ। ਮੈਨੂੰ ਮੇਰੇ ਘਰ ਦੀ ਰੋਜ਼ੀ ਰੋਟੀ ਚਲਾਉਣ ਲਈ ਪੋਲੀਟਿਕਸ ਕਨੀ ਨਾ ਦੇਖਣਾ ਪਵੇ। ਪੋਲੀਟਿਕਸ ਮੈਂ
ਸੇਵਾ ਕਰਨ ਲਈ, ਆਪਦੇ ਪਰਿਵਾਰ ਦਾ ਨਾਮ ਉੱਚਾ ਚੱਕਣ ਲਈ, ਜੋ ਮੇਰੇ ਪੂਰਵਜਾਂ ਨੇ ਦੇਸ਼ ਦੀ ਆਜ਼ਾਦੀ ਦਿਵਾਈ ਆ, ਉਸ ਦੇਸ਼ ਨੂੰ ਅੱਗੇ ਲਿਜਾਣ ਲਈ, ਆਪਦੇ ਲੋਕਾਂ ਲਈ ਕੁਝ ਕਰਨ ਲਈ, ਕਿਉਂਕਿ ਬਹੁਤ ਪਿਆਰ ਦਿੰਦੇ ਆ ਲੋਕ ਜਦੋਂ ਮੈਂ ਆਉਂਦਾ ਨਾ, ਤਾਂ ਉਹ ਪਿਆਰ 'ਚ ਫਿਰ ਜੀ ਕਰਦਾ ਵੀ ਇਹਨਾਂ ਲਈ ਕੁਝ ਕਰੀਏ, ਵੀ ਉਸ ਚੀਜ਼ ਲਈ ਕਰਾਂ, ਆਪਦੇ ਘਰ-ਬਾਰ ਲਈ। ਦੇਖੋ ਮੇਰੀ ਇੱਕ ਡਿਊਟੀ ਮੇਰੇ ਲੋਕਾਂ ਪ੍ਰਤੀ ਹੈ, ਇੱਕ ਮੇਰੇ ਪਰਿਵਾਰ ਪ੍ਰਤੀ ਵੀ ਹੈ। ਮੇਰੀ ਡਿਊਟੀ ਹੈ ਮੈਂ ਉਹਨਾਂ ਨੂੰ ਇੱਕ ਚੰਗੀ ਜ਼ਿੰਦਗੀ ਦੇਵਾਂ, ਇੱਕ ਅੱਛੀ ਲਾਈਫ ਦੇਵਾਂ। ਮੇਰੇ ਕੋਲ ਆਪਦੇ ਕੋਲ ਤਾਂ ਕੋਈ ਇੰਨੇ ਪੈਸੇ ਨਹੀਂ ਸੀ ਵੀ ਮੈਂ ਫਿਲਮ 'ਤੇ ਲਾ ਸਕਾਂ, ਆਧਾਰ ਚੱਕ ਕੇ ਲਾਏ ਸੀ, ਠੀਕ ਹੈ ਨਾ, ਲਿਮਟਾਂ 'ਚੋਂ ਲਾਏ ਸੀਗੇ। ਤੁਹਾਨੂੰ ਵੀ ਆਧਾਰ ਚੱਕਣ ਦੀ ਜ਼ਰੂਰਤ ਪੈ ਗਈ ਬੀਬੀ ਰਜਿੰਦਰ ਕੌਰ ਭੱਠਲ ਦੇ ਬੇਟੇ ਹੋ ਤੁਸੀਂ? ਵੀਰ ਜੀ ਇਹੀ ਤਾਂ ਫਰਕ ਹੈ, ਠੀਕ ਹੈ ਨਾ। ਆਪਾਂ ਅੱਜ ਜਿਹੜੇ ਘਰ 'ਚ ਬੈਠੇ ਆ ਨਾ, 25 ਸਾਲਾਂ ਦੇ ਵਿੱਚ ਮੇਰੀ ਮਾਂ ਨੇ ਇੱਕ ਆਹ ਘਰ ਬਣਾਇਆ, ਉਹ ਵੀ ਮੈਂ ਆਪਦੇ ਕਾਰੋਬਾਰ 'ਚੋਂ ਬਣਾਇਆ, ਸਾਡੀ ਜੱਦੀ ਜ਼ਮੀਨ ਦੇ ਵਿੱਚ, ਆਹ ਫਾਰਮ ਹਾਊਸ। ਅਦਰਵਾਈਜ਼ ਜਿਹੜੇ ਘਰ 'ਚ ਵਿਆਹ ਕੇ ਆਏ ਸੀ, ਉਸੇ ਘਰ 'ਚ ਹੀ ਸਾਰੀ ਉਮਰ 2 ਕਮਰਿਆਂ ਦੇ ਕਮਰੇ 'ਚ ਮੇਰੀ ਵੀ ਮਦਰ ਨੇ ਕੱਢੀ ਹੈ। ਅੱਜ ਤੱਕ ਸਾਡੇ ਕੋਲ ਚੰਡੀਗੜ੍ਹ ਦੇ ਵਿੱਚ ਕੋਈ ਕੋਠੀ ਨਹੀਂ ਹੈ। ਅੱਜ ਵੀ ਅਸੀਂ ਸਰਕਾਰੀ ਕੋਠੀ ਦੇ ਹੀ ਮੁਹਤਾਜ ਹਾਂ। ਜੇ ਉਹ ਕੱਢ ਦੇਣ ਤਾਂ ਸਾਡੇ ਕੋਲ ਜਾਣ ਦੀ ਜਗ੍ਹਾ ਨਹੀਂ। ਫਿਲਮਾਂ ਦੀ ਗੱਲ ਕੀਤੀ ਜਾਵੇ, ਫਿਲਮਾਂ ਦੇ ਵਿੱਚ ਇੱਕ ਨਾ ਅਲੱਗ ਜੀ ਜਿਹੜੀ ਪੋਲੀਟਿਕਸ ਦਿਖਾਈ ਜਾਂਦੀ ਹੈ ਕਿ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਗੈਂਗਸਟਰਸ ਹੁੰਦੇ ਨੇ ਉਹਨਾਂ ਨੂੰ ਅਕਸਰ ਹੀ ਰਾਜਨੇਤਾ ਬਣਾਉਂਦੇ ਨੇ, ਰਾਜਨੇਤਾ ਹੀ ਬਣਾਉਂਦੇ ਨੇ, ਫਿਰ ਰਾਜਨੇਤਾ ਹੀ ਉਹਨੂੰ ਖਤਮ ਕਰ ਦਿੰਦੇ ਨੇ। ਅਤੇ ਇੱਕ ਫਿਲਮ ਦਾ ਡਾਇਲੋਗ ਹੈ, ਕਹਿੰਦਾ ਰਾਜਨੀਤੀ ਵਿੱਚ ਗੁੰਡੇ ਦਾ ਆਖਰੀ ਰਹਿਣ ਵਸੇਰਾ ਰਾਜਨੀਤੀ ਹੀ ਹੈ। ਇਹਨੂੰ ਮੰਨਦੇ ਹੋ ਕਿ ਰਾਜਨੇਤਾ ਹੀ ਗੁੰਡਿਆਂ ਨੂੰ ਪੈਦਾ ਕਰਦੇ ਨੇ, ਫਿਰ ਗੁੰਡਿਆਂ ਨੂੰ ਮਰਵਾਉਂਦੇ ਨੇ? ਕਿਉਂਕਿ ਤੁਸੀਂ ਇਸ ਸਮੇਂ ਇੱਕ ਪੋਲੀਟੀਸ਼ੀਅਨ ਦੇ ਬੇਟੇ ਤਾਂ ਅਕਸਰ ਦੇਖਦੇ ਹੋਵੋਗੇ, ਕੋਈ ਇੱਦਾਂ ਦੀ ਚੀਜ਼ ਦੇਖਣ ਨੂੰ ਮਿਲੀ ਹੈ ਤੁਹਾਨੂੰ? ਕਈ ਵਾਰੀ ਨਾ ਜਦੋਂ ਫਿਲਮਾਂ ਦੇ ਵਿੱਚ ਅਸੀਂ ਪੋਲੀਟੀਸ਼ੀਅਨ ਦਾ ਰੋਲ ਦੇਖਦੇ ਹੁੰਦੇ ਹਾਂ, ਖਾਸ ਤੌਰ 'ਤੇ ਜਦੋਂ ਛੋਟੇ ਸੀ, ਅਸੀਂ ਮੰਮਾ ਨੂੰ ਪੁੱਛਦੇ ਹੁੰਦੇ ਸੀ ਵੀ ਮੰਮਾ ਆਪਾਂ ਪੋਲੀਟਿਕਸ 'ਚ ਹੀ ਹਾਂ, ਕਿ ਆਪਾਂ ਗਲਤ ਤਾਂ ਨਹੀਂ ਕਰ ਰਹੇ, ਵੀ ਕਿਤੇ ਪੋਲੀਟਿਕਸ ਸੱਚੀ ਆਹੀ ਤਾਂ ਨਹੀਂ ਹੁੰਦੀ, ਕਿਤੇ ਆਪਾਂ ਅਣਜਾਣ ਹੀ ਹੋਈਏ, ਵੀ ਤੁਸੀਂ ਆਪਦੇ ਆਪ ਨੂੰ ਸਮਝਦੇ ਹੋ ਮੈਨੂੰ ਪੋਲੀਟਿਕਸ ਦੀ ਸਮਝ ਹੈ, ਵੀ ਕਿਤੇ ਤੁਸੀਂ ਤਾਂ ਨਹੀਂ ਗਲਤੀ ਪਾਸੇ ਜਾਈ ਜਾਂਦੇ ਹੋ, ਵੀ ਪੋਲੀਟਿਕਸ ਹੀ ਇਹੋ ਜਿਹੀ ਹੁੰਦੀ ਹੋਵੇ, ਠੀਕ ਹੈ ਨਾ। ਕਿਉਂਕਿ ਮਤਲਬ ਜੋ ਚੀਜ਼ਾਂ ਦੇਖਦੇ ਹਾਂ, ਹੁਣ ਮੈਂ ਤਾਂ ਆਪਦੀ ਜ਼ਿੰਦਗੀ 'ਚ ਨਹੀਂ ਐਟਲੀਸਟ ਇਹ ਦੇਖੀਆਂ, ਠੀਕ ਹੈ ਨਾ। ਦੇਖੋ ਹਾਂ, ਅਸੀਂ ਫੰਕਸ਼ਨਾਂ 'ਚ ਜਾਂਦੇ ਹਾਂ, ਭੋਗਾਂ 'ਤੇ, ਵਿਆਹਾਂ 'ਤੇ, ਰੈਲੀਆਂ 'ਤੇ, ਹਜ਼ਾਰਾਂ ਲੋਕ ਆਉਂਦੇ ਆ, ਫੋਟੋਆਂ ਖਿਚਾਉਂਦੇ ਆ, ਜੱਫੀਆਂ ਪਵਾਉਂਦੇ ਆ। ਕੋਈ ਬੰਦਾ ਸਾਨੂੰ ਕੋਈ ਆ ਕੇ ਮਿਲਾਤਾ ਵੀ ਹਾਂਜੀ ਆਹ ਫਲਾਨਾ ਹੈ ਜੀ, ਇਹ ਸਾਡਾ ਭਰਾ ਹੈ ਜੀ, ਹੁਣ ਉਹਦੇ ਮੱਥੇ 'ਤੇ ਨਹੀਂ ਲਿਖਿਆ ਕੌਣ ਹੈ ਕੌਣ ਨਹੀਂ, ਹੈ ਨਾ, ਉਹ ਚੀਜ਼ਾਂ ਵੱਖ ਨੇ। ਪਰ ਮੈਂ ਐਟਲੀਸਟ ਕੋਈ ਇਹੋ ਜਿਹਾ ਬੰਦਾ ਨਹੀਂ ਦੇਖਿਆ ਜਿਹੜਾ ਕਹਿੰਦਾ ਹੋਵੇ ਵੀ ਹਾਂਜੀ ਯਾਰ ਉਰੇ ਗੁੰਡਾ ਪੈਦਾ ਕਰਨਾ ਹੈ ਯਾਰ, ਜਾਂ ਉਰੇ ਫਲਾਨਾ ਪੈਦਾ ਕਰਨਾ ਹੈ, ਠੀਕ ਹੈ ਨਾ। ਹੁਣ ਉਹ ਨਹੀਂ ਪਤਾ ਵੀ ਅਸੀਂ ਗਲਤ ਰਾਜਨੀਤੀ ਕਰਦੇ ਹਾਂ ਕਿ ਫਿਲਮਾਂ 'ਚ ਗਲਤ ਰਾਜਨੀਤੀ ਦਿਖਾਉਂਦੇ ਆ। ਦੇਖਿਆ ਮੈਂ ਵੀ ਉਹੀ ਹੈ ਜੋ ਤੁਸੀਂ ਦੇਖਿਆ। ਬਾਕੀ ਜਦੋਂ ਪਤਾ ਲੱਗ ਜੂਗਾ, ਜਵਾਬ ਮਿਲ ਜੂਗਾ, ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰਗਾ। ਲਾਸਟ ਜਾਂਦੇ ਸਮੇਂ 'ਚ ਸਾਡੇ ਦਰਸ਼ਕਾਂ ਨੂੰ ਤੇ ਆਪਣੇ ਚਾਹੁਣ ਵਾਲਿਆਂ ਨੂੰ ਜਾਂ ਫਿਰ ਬੀਬੀ ਭੱਠਲ ਦੇ ਸਪੋਰਟਰਸ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਸੋਚ ਸਮਝ ਕੇ ਫੈਸਲਾ ਲਿਓ। ਚੋਣਾਂ ਦਾ ਸਮੇਂ ਹੈ, ਬਹੁਤ ਕੂੜ ਪ੍ਰਚਾਰ ਹੋਣਾ, ਸੋਸ਼ਲ ਮੀਡੀਆ 'ਤੇ ਫੇਕ ਨਿਊਜ਼ ਦਾ ਜੋ ਟ੍ਰੈਂਡ ਚੱਲ ਰਿਹਾ, ਉਹ IT ਸੈੱਲ, BJP ਅਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਸਾਡੀ ਪਾਰਟੀ ਦੇ ਕੰਮ ਕਰਕੇ ਦਿਖਾਇਆ ਸਾਡੇ CM ਨੇ, 3 ਮਹੀਨੇ 'ਚ ਇੱਕ ਤੁਹਾਨੂੰ ਮਾਡਲ ਤਿਆਰ ਕਰਕੇ ਦਿਖਾਤਾ। ਜਿਹੜੀ ਇਹ ਕਹਿੰਦੇ ਨਾ ਅਸੀਂ ਆਹ ਕਰਾਂਗੇ, ਸਾਡਾ ਪਲਾਨ ਆ, ਉਸ ਇਹ 3 ਮਹੀਨਿਆਂ ਨੂੰ ਸਾਡਾ ਤੁਸੀਂ ਉਹ ਡੈਮੋ ਹੀ ਸਮਝ ਲਓ ਵੀ ਅਸੀਂ ਇਸ ਤਰ੍ਹਾਂ ਨਾਲ ਕੰਮ ਕਰਨਾ ਚਾਹੁੰਦੇ ਹਾਂ, ਵੀ ਰਾਤ ਭਰ ਮਿਹਨਤ ਕਰਨ ਵਾਲਾ ਤੁਹਾਨੂੰ ਅਸੀਂ ਬੰਦਾ ਦੇਵਾਂਗੇ, ਧਰਤੀ ਨਾਲ ਜੁੜ ਕੇ ਕੰਮ ਕਰਨ ਵਾਲਾ ਬੰਦਾ ਦੇਵਾਂਗੇ, ਜਿਹਨੇ ਅੱਜ ਪੈਟਰੋਲ ਅਤੇ ਡੀਜ਼ਲ ਪੂਰੇ ਦੇਸ਼ ਸਭ ਤੋਂ ਸਸਤਾ ਕਰਤਾ, ਬਿਜਲੀ ਸਭ ਤੋਂ ਸਸਤੀ ਕਰਤੀ, ਇਸ ਟਾਈਪ ਦਾ ਲੀਡਰ ਦੇਵਾਂਗੇ। ਸੋ ਉਸ ਨੂੰ ਧਿਆਨ 'ਚ ਰੱਖਦੇ ਹੋਏ ਪਲੀਜ਼ ਸਾਰੇ ਜਾਣੇ ਫੈਸਲਾ ਲਿਓ, ਠੀਕ ਹੈ ਨਾ। ਜਿਹੜਾ ਕਹਿੰਦੇ ਇੱਕ ਮੌਕਾ ਕੇਜਰੀਵਾਲ ਨੂੰ, ਠੀਕ ਹੈ ਨਾ, ਕੇਜਰੀਵਾਲ ਪਹਿਲੀ ਗੱਲ ਤਾਂ ਉਹਨੂੰ ਮੌਕਾ ਹੀ ਨਹੀਂ ਹੈ। ਮੌਕਾ ਤੁਸੀਂ ਭਗਵੰਤ ਮਾਨ ਨੂੰ ਜੇ CM ਫੇਸ ਅਨਾਊਂਸ ਕਰਿਆ ਤਾਂ ਉਹਦਾ ਕਿਉਂ ਨਹੀਂ ਮੰਗਦੇ? ਕਿਉਂਕਿ ਬਾਅਦ 'ਚੋਂ ਰੌਲਾ ਗੌਲਾ ਪਵਾ ਕੇ ਆਉਣਾ ਇਹ ਨਹੀਂ ਹੈ, ਠੀਕ ਹੈ ਨਾ। ਜੇ ਇਹਨਾਂ ਨੇ ਭਗਵੰਤ ਮਾਨ ਨੂੰ ਬਣਾ ਵੀ ਦਿੱਤਾ ਤਾਂ ਜਿਵੇਂ ਟਿਕਟਾਂ ਦੇ ਵਿੱਚ ਵਿਚਾਰੇ ਦੀ ਚੱਲੀ ਨਹੀਂ, 75% ਟਿਕਟਾਂ ਹੀ ਦਿੱਲੀ ਵਾਲੇ ਵੇਚ ਗਏ, ਆਈ ਸਰਕਾਰ ਦੇ ਵਿੱਚ ਵੀ ਉਹਨੂੰ ਦੱਬ ਕੇ ਚਲਾਉਣਾ। ਦੂਸਰੀ ਗੱਲ ਯਾਰ, ਜੇ ਉਹ ਸੇਵਾ ਕਰਨਾ ਚਾਹੁੰਦੇ ਉਹਨਾਂ ਕੋਲ ਬਹੁਤ ਟਾਈਮ ਹੈ, ਪਰ ਅਗਰ ਅੱਜ ਇੱਕ ਗਰੀਬ ਵਿਅਕਤੀ ਦੀ ਪਿੱਠ ਨਾ ਥਾਪੜੀ, ਠੀਕ ਹੈ ਨਾ, ਤਾਂ ਉਹ ਇੱਕ ਐਸਾ ਨੁਕਸਾਨ ਹੋ ਜਾਊਗਾ ਜਿਹੜਾ ਦੁਬਾਰਾ ਭਰਪਾਈ ਨਹੀਂ ਹੋ ਸਕਣੀ। ਕਿਉਂਕਿ ਬਹੁਤ ਵੱਡਾ ਕਰੇਜੀਅਸ ਫੈਸਲਾ ਸਾਡੀ ਕਾਂਗਰਸ ਪਾਰਟੀ ਨੇ ਲਿੱਤਾ। ਇਹ ਫੈਸਲਾ ਜਿਹੜਾ ਦੁਬਾਰਾ ਅਗਰ ਇਹਦੇ ਵਿੱਚ ਰਿਸਪੌਂਸ ਨਾ ਆਇਆ ਤਾਂ ਦੁਬਾਰਾ ਕਿਸੇ ਪਾਰਟੀ ਨੇ ਲੈਣਾ ਨਹੀਂ। ਸੋ ਇਹਦੇ 'ਤੇ ਸਾਨੂੰ ਸਿਗਨਲ ਦੇਣ ਦੀ ਬਹੁਤ ਜ਼ਰੂਰਤ ਹੈ ਕਿ ਨਹੀਂ, ਤੁਹਾਡੇ ਨਾਲ ਖੜ੍ਹੇ ਹਾਂ, ਮੌਕਾ ਦੇਵਾਂਗੇ। ਭਗਵੰਤ ਮਾਨ ਵੀ ਦੁਬਾਰਾ ਆ ਸਕਦਾ, ਕੇਜਰੀਵਾਲ ਵੀ ਦੁਬਾਰਾ ਆ ਸਕਦਾ, ਪਰ ਇਤਿਹਾਸਿਕ ਫੈਸਲੇ ਕਦੇ ਕਦੇ ਹੁੰਦੇ ਹੈ ਅਤੇ ਉਹ ਇਤਿਹਾਸਿਕ ਫੈਸਲੇ ਦਾ ਸਾਥ ਦੇਣਾ ਸਾਨੂੰ ਜ਼ਰੂਰੀ ਹੈ। ਜੇ ਲਹਿਰੇ ਹਲਕੇ ਦੇ ਕੋਈ ਵੀਰ ਭਰਾ ਦੇਖਦੇ ਹੋਣ ਤਾਂ ਤੁਹਾਨੂੰ ਮੈਂ ਇਹੀ ਵਾਅਦਾ ਕਰਨਾ ਚਾਹੁੰਦਾ, ਤੁਸੀਂ ਸ਼ਾਇਦ ਥੋੜ੍ਹਾ ਬਹੁਤ ਮੇਰੀਆਂ ਗੱਲਾਂ ਸੁਣ ਕੇ ਜੁੜੇ ਹੋ ਜਾਂ ਮੈਨੂੰ ਜੇ ਕਿਤੇ ਮਿਲੇ ਹੋ, ਤੁਸੀਂ ਦੇਖਿਆ ਉਹ ਬਈ ਜਿਹੋ ਜਿਹਾ ਅੰਦਰ ਆ ਉਹੀ ਜਿਹਾ ਹੀ ਬਾਹਰ ਆ। ਲਹਿਰੇ ਹਲਕੇ ਦੀ ਸੇਵਾ ਬੀਬੀ ਭੱਠਲ ਨੇ 45 ਸਾਲ ਕਰੀ ਹੈ ਅਤੇ ਹੁਣ ਮੈਂ ਵੀ
ਇਸ ਹਲਕੇ ਦੀ ਜ਼ਿੰਮੇਵਾਰੀ ਆਪਦੇ ਮੋਢਿਆਂ 'ਤੇ ਚੱਕੀ ਹੈ, ਕਿਉਂਕਿ ਲਹਿਰਾ ਹਲਕਾ ਮੇਰੇ ਲਈ ਬਹੁਤ ਜ਼ਰੂਰੀ ਹੈ। ਜਿਸ ਹਲਕੇ ਨੂੰ ਮੇਰੀ ਮਾਂ ਨੇ ਖੂਨ ਪਸੀਨੇ ਨਾਲ ਸਿਰਜਿਆ, ਉਸ ਹਲਕੇ ਨੂੰ ਮੈਂ ਖਰਾਬ ਤਾਂ ਬਰਬਾਦ ਤਾਂ ਹੋਣ ਨਹੀਂ ਦੇਣਾ। ਇਸ ਲਈ ਆਪਦਾ ਟੱਬਰ, ਆਪਦਾ ਪਰਿਵਾਰ ਲੈ ਕੇ ਰਿਹਾਇਸ਼ ਪੱਕੀ ਲਹਿਰੇ ਸ਼ਿਫਟ ਕਰੀ ਹੈ। ਲਹਿਰੇ ਰਹਿਣ ਲੱਗਿਆ ਸਾਲ ਹੋ ਗਿਆ ਮੈਨੂੰ ਰਹਿੰਦੇ ਨੂੰ। ਇੱਥੇ ਹੀ ਰਹਿ ਕੇ ਤੁਹਾਡੇ ਨਾਲ ਰਲ ਕੇ ਸੇਵਾ ਕਰਨੀ ਹੈ। ਨੌਜਵਾਨ ਭਰਾਵਾਂ ਵਾਂਗੂ ਤੁਹਾਨੂੰ ਨਾਲ ਲਾ ਕੇ, ਬਜ਼ੁਰਗਾਂ ਵਾਂਗੂ ਸਾਰਿਆਂ ਨੂੰ ਨਾਲ ਲਾ ਕੇ ਪਰਿਵਾਰ ਬਣਾ ਕੇ ਚੱਲਣਾ ਚਾਹੁੰਦਾ। ਆਓ ਇਸ ਮੌਕੇ ਨੂੰ ਖੁੰਝ ਨਾ ਦੇਈਏ। ਪਿਛਲੇ 5 ਸਾਲ ਅਸੀਂ ਬਹੁਤ ਪਛਤਾਏ ਹਾਂ, ਜਦੋਂ ਤਾਕਤ ਸੱਤਾ ਸਾਡੇ ਗੇਟ ਤੇ ਖੜੀ ਸੀ ਤੇ ਅਸੀਂ ਬੀਬੀ ਭੱਠਲ ਨੂੰ ਹਰਾ ਕੇ ਢੀਂਡਸੇ ਨੂੰ MLA ਬਣਾ ਕੇ ਆਪਾਂ ਦੇਖ ਲਿਆ, ਕੱਖ ਨਹੀਂ ਮਿਲਿਆ। ਐਤਕੀ ਵੀ ਸੱਤਾ ਆਪਣੇ ਦਰਵਾਜ਼ੇ ਤੇ ਦਸਤਕ ਦੇ ਰਹੀ ਹੈ। ਸਰਕਾਰ ਕਾਂਗਰਸ ਦੀ ਬਣਨੀ ਹੈ। ਬੀਬੀ ਭੱਠਲ ਨੂੰ ਇਹ ਮੌਕਾ ਦਈਏ ਉਹਨਾਂ ਦੀ ਲਾਸਟ ਇਲੈਕਸ਼ਨ ਦੇ ਵਿੱਚ, ਕਿ ਜਾ ਕੇ ਆਪਦਾ ਸੁਪਨਾ ਪੂਰਾ ਕਰ ਸਕਣ ਇਸ ਹਲਕੇ ਦੀ ਕੁਛ ਕਰਨ ਦਾ। ਥੈਂਕ ਯੂ। ਧੰਨਵਾਦ ਰਾਹੁਲ ਜੀ, ਬਹੁਤ ਵਧੀਆ ਲੱਗਾ ਗੱਲਬਾਤ ਕਰਕੇ। ਸਾਡੇ ਖਾਸ ਸ਼ੋ ਦੱਸੋ ਫਿਰ ਨੇਤਾ ਜੀ ਦੇ ਵਿੱਚ ਤੁਸੀਂ ਆਏ, ਸਾਨੂੰ ਆਪਣੇ ਕੀਮਤੀ ਸਮੇਂ 'ਚ ਸਮਾਂ ਦਿੱਤਾ। ਸੋ ਦੋਸਤੋ, ਇਹ ਸੀਗੇ ਰਾਹੁਲ ਇੰਦਰਜੀਤ ਸਿੰਘ ਭੱਠਲ, ਅਤੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ। ਬਹੁਤ ਵਧੀਆ ਲੱਗਾ ਉਹਨਾਂ ਨਾਲ ਗੱਲਬਾਤ ਕਰਕੇ। ਸੋ ਉਹਨੇ ਕਾਫੀ ਸਾਰੀਆਂ ਗੱਲਾਂ ਆਪਣੇ ਬਾਰੇ ਅਤੇ ਕਾਂਗਰਸ ਪਾਰਟੀ ਬਾਰੇ, ਸੋ ਬਹੁਤ ਸਾਰੀਆਂ ਰਾਜ ਸੀਗੇ ਜੋ ਵੱਖ-ਵੱਖ ਸੱਚਾਈ ਦੇ ਨਾਲ ਉਹਨਾਂ ਨੇ ਖੋਲ੍ਹੇ ਨੇ। ਸੋ ਇੱਦਾਂ ਦੇ ਹੋਰ ਵੀ ਖਾਸ ਸ਼ਖਸੀਅਤਾਂ ਨਾਲ ਮਿਲਵਾਉਂਦੇ ਰਹਾਂਗੇ। ਮੈਂ ਜਸਪ੍ਰੀਤ, ਕੈਮਰਾਮੈਨ ਹਰਦੀਪ ਦੇ ਨਾਲ। ਦੇਖਦੇ ਰਹੋ ਸਕਰੋਲ ਪੰਜਾਬ।